10 ਗੁਰੂ ਸਾਹਿਬਾਨ ਦੇ ਜੀਵਨ ਬਿਉਰੇ ਬਾਰੇ ਜਾਣਦੇ ਹਾਂ। ਅੱਜ ਅਸੀਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਹਾਸਲ ਕਰਾਂਗੇ। ਇਸ ਤੋਂ ਪਹਿਲਾਂ ਮੈਂ ਗੁਰੂ ਤੇਗ ਬਹਾਦਰ ਜੀ ਦਾ ਬੜਾ ਖੂਬਸੂਰਤ ਫਰਮਾਨ ਹੈ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਬੜਾ ਜ਼ਰੂਰੀ ਸਮਝਦੀ ਹਾਂ। ਜੋ ਨਰ ਦੁਖ में दुख नहीं माने, सुख स्नेह और पै नहीं जाके, कंचन माटी माने रहाओ। न निंदिया न उस्तत जाके, लोभ मोह अभिमाना, हरख सोग ते रहे न्यारो, नाहे मान अपमाना, आसा मनसा सगल त्यागे, जगते रहे निरासा, काम क्रोध जय परसे नाहन, तय कट ब्रह्म निवासा, गुर कृपा जय नर को कीनी, तय जुगत पछानी, नानक लीन पयो गोबिंद स्यों, ज्यों पानी संग पानी, नानक लीन पयो गोबिंद स्यों, ज्यों पानी संग पानी। श्री गुरु हरगोबिंद साहिब जन्म ਅਤੇ ਵੰਸ਼। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਪਿੰਡ ਵਡਾਲੀ ਵਿਖੇ 19 ਜੂਨ 1595 ਈਸਵੀ ਵਿੱਚ ਹੋਇਆ। ਇਹ ਪਿੰਡ ਅੰਮ੍ਰਿਤਸਰ ਤੋਂ ਦੂਰ ਛਾਟਾ ਸਾਹਿਬ ਸਟੇਸ਼ਨ ਦੇ ਨੇੜੇ ਹੈ। ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਇਕਲੌਤੇ ਸਪੁੱਤਰ ਸਨ। ਇਹਨਾਂ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਇਆ ਸੀ। ਬਾਬਾ ਜੀ ਨੇ ਅਸੀਸ ਦਿੱਤੀ ਸੀ ਕਿ ਉਹ ਇੱਕ ਬੜੇ ਬੇਮਿਸਾਲ ਯੋਧੇ ਬਣਨਗੇ ਤੇ ਦੁਸ਼ਟਾਂ ਦਾ ਨਾਸ਼ ਕਰਨਗੇ। ਬਾਲ ਅਵਸਥਾ। ਗੁਰੂ ਹਰਗੋਬਿੰਦ ਸਾਹਿਬ ਨੂੰ ਬਚਪਨ ਵਿੱਚ ਹੀ ਮਾਰ ਦੇਣ ਦੇ ਕਈ ਯਤਨ ਕੀਤੇ ਗਏ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਸੀ। ਉਸ ਨੂੰ ਇਸ ਗੱਲ ਦਾ ਬੜਾ ਸਾੜਾ ਸੀ ਕਿ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਕਿਉਂ ਮਿਲੀ ਹੈ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਦੇ ਘਰ ਸੰਤਾਨ ਨਾ ਹੋਣ ਕਰਕੇ ਉਹਨੂੰ ਆਸ ਹੋ ਗਈ ਕਿ ਗੁਰਗੱਦੀ ਉਹਦੇ ਪੁੱਤਰ ਨੂੰ ਮਿਲੇਗੀ। ਪਰ ਹਰਗੋਬਿੰਦ ਸਾਹਿਬ ਦੇ ਜਨਮ 'ਤੇ ਉਹਦੀ ਈਰਖਾ ਫੇਰ ਭੜਕ ਉੱਠੀ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇ ਕੇ ਤੇ ਸੱਪ ਲੜਾ ਕੇ ਮਰਵਾ ਦੇਣਾ ਚਾਹਿਆ, ਪਰ ਉਹ ਉਹਨਾਂ ਦਾ ਵਾਲ ਵੀ ਵਿੰਗਾ ਨਾ ਕਰ ਸਕਿਆ। ਬਾਲ ਅਵਸਥਾ ਵਿੱਚ ਹੀ ਹਰਗੋਬਿੰਦ ਸਾਹਿਬ ਨੂੰ ਵੱਡੀ ਮਾਤਾ ਨਿਕਲ ਆਈ, ਜਿਸ ਨਾਲ ਉਹ ਬਿਮਾਰ ਹੋ ਗਏ, ਪਰ ਪਰਮਾਤਮਾ ਦੀ ਮਿਹਰ ਨਾਲ ਉਹ ਰਾਜ਼ੀ ਹੋ ਗਏ। ਇਸ ਅਵਸਰ 'ਤੇ ਸਾਰੇ ਖੁਸ਼ੀਆਂ ਮਨਾਈਆਂ ਗਈਆਂ ਤੇ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦਾ ਦਿਲੀ ਧੰਨਵਾਦ ਕੀਤਾ। ਵਿਦਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪੜ੍ਹਾਈ ਲਿਖਾਈ ਦਾ ਪ੍ਰਬੰਧ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਹੋਇਆ। ਉਹਨਾਂ ਨੇ ਗੁਰੂ ਜੀ ਨੂੰ ਇੱਕ ਸੰਤ ਸਿਪਾਹੀ ਬਣਾਇਆ। ਜਿੱਥੇ ਉਹਨਾਂ ਨੇ ਹਰਗੋਬਿੰਦ ਸਾਹਿਬ ਨੂੰ ਗੁਰਬਾਣੀ ਦੀ ਪੜ੍ਹਾਈ ਕਰਵਾਈ, ਉੱਥੇ ਉਹਨਾਂ ਨੂੰ ਸ਼ਸਤਰਾਂ ਦੀ ਵਰਤੋਂ, ਘੋੜਸਵਾਰੀ ਤੇ ਕੁਸ਼ਤੀ ਦੀ ਸਿੱਖਿਆ ਵੀ ਦਿੱਤੀ। ਇਸ ਤਰ੍ਹਾਂ ਹਰਗੋਬਿੰਦ ਸਾਹਿਬ ਵੱਡੇ ਹੋ ਕੇ ਇੱਕ ਬੜੇ ਬਲਵਾਨ ਅਤੇ ਸੁੰਦਰ ਸਜੀਲੇ ਜਵਾਨ ਨਿਕਲੇ। ਉਹ ਇੱਕ ਮਹਾਨ ਸੂਰਬੀਰ ਵੀ ਸਨ ਤੇ ਪੂਰਨ ਸੰਤ ਵੀ। ਗੁਰਗੱਦੀ। ਲਾਹੌਰ ਜਾਣ ਵੇਲੇ ਗੁਰੂ ਅਰਜਨ ਦੇਵ ਜੀ ਗੁਰਗੱਦੀ ਲਈ ਹਰਗੋਬਿੰਦ ਸਾਹਿਬ ਨੂੰ ਨੀਯਤ ਕਰ ਗਏ ਸਨ। ਇਹਨਾਂ ਦੀ ਸ਼ਹੀਦੀ ਪਿੱਛੋਂ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਲਗਾਇਆ। ਉਸ ਵੇਲੇ ਹਰਗੋਬਿੰਦ ਸਾਹਿਬ ਦੀ ਉਮਰ ਲਗਭਗ 11 ਸਾਲਾਂ ਦੀ ਸੀ। ਗੁਰੂ ਘਰ ਵਿੱਚ ਰੀਤ ਚੱਲੀ ਆ ਰਹੀ ਸੀ ਕਿ ਗੁਰਗੱਦੀ 'ਤੇ ਬੈਠਣ ਵੇਲੇ ਗੁਰਿਆਈ ਦੀ ਸੈਲੀ ਟੋਪੀ ਪੇਸ਼ ਕੀਤੀ ਜਾਂਦੀ ਸੀ। ਸੈਲੀ ਉੱਨ ਜਾਂ ਰੇਸ਼ਮ ਦੀ ਗੁੰਦੀ ਹੋਈ ਰੱਸੀ ਹੁੰਦੀ ਸੀ, ਜੋ ਸੰਤ ਮਹਾਤਮਾ ਆਪਣੀ ਟੋਪੀ ਜਾਂ ਪੱਗ ਉੱਤੇ ਵਲੇਟ ਲੈਂਦੇ ਸਨ। ਜਦੋਂ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਸਾਹਿਬ ਨੂੰ ਇਹ ਸੈਲੀ ਟੋਪੀ ਪੇਸ਼ ਕੀਤੀ ਤਾਂ ਉਹਨਾਂ ਕਿਹਾ, ਇਹਨਾਂ ਚੀਜ਼ਾਂ ਦਾ ਸਮਾਂ ਹੁਣ ਲੰਘ ਗਿਆ ਹੈ। ਅਸੀਂ ਹੁਣ ਦਸਤਾਰ, ਕਲਗੀ ਤੇ ਤਲਵਾਰ ਪਹਿਨਾਂਗੇ। ਸੋ ਇਸੇ ਤਰ੍ਹਾਂ ਹੀ ਕੀਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ 2 ਤਲਵਾਰਾਂ ਪਹਿਨੀਆਂ, ਇੱਕ ਮੇਰੀ ਦੀ ਤੇ ਦੂਜੀ ਪੀਰੀ ਦੀ। ਸਿੱਖ ਫੌਜ ਦੀ ਨੀਂਹ। ਗੁਰਗੱਦੀ 'ਤੇ ਬੈਠਣ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਸੰਗਤਾਂ ਨੂੰ ਸੰਤ ਸਿਪਾਹੀ ਬਣਨ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਮਸੰਦਾਂ ਦੇ ਨਾਂ ਹੁਕਮਨਾਮੇ ਜਾਰੀ ਕੀਤੇ ਕਿ ਅੱਗੇ ਤੋਂ ਭੇਟਾ ਵਜੋਂ ਚੰਗੇ ਘੋੜੇ ਤੇ ਵਧੀਆ ਸ਼ਸਤਰ ਲਿਆਉਣ। ਉਹ ਆਪ ਵੀ ਘੋੜੇ ਦੀ ਸਵਾਰੀ ਤੇ ਸ਼ਸਤਰ ਚਲਾਉਣਾ ਸਿੱਖਣ ਤੇ ਆਪਣੇ ਸਰੀਰ ਨੂੰ ਬਲਵਾਨ ਬਣਾਉਣ ਲਈ ਕਸਰਤ ਕਰਨ। ਗੁਰੂ ਸਾਹਿਬ ਦੇ ਹੁਕਮਨਾਮਿਆਂ ਨੇ ਸਿੱਖ ਸੰਗਤਾਂ ਵਿੱਚ ਇੱਕ ਨਵੀਂ ਜਾਨ ਪਾ ਦਿੱਤੀ। ਉਹ ਚਾਈਂ ਸੁੰਦਰ ਘੋੜੇ ਤੇ ਸ਼ਸਤਰ ਲੈ ਕੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੁੰਦੇ। ਗੁਰੂ ਸਾਹਿਬ ਸਿੱਖ ਸੰਗਤਾਂ ਵਿੱਚ ਇਹ ਜੋਸ਼ ਵੇਖ ਕੇ ਬਹੁਤ ਖੁਸ਼ ਹੋਏ। ਗੁਰੂ ਮਹਾਰਾਜ ਨੇ ਅੰਮ੍ਰਿਤਸਰ ਵਿੱਚ ਇੱਕ ਕਿਲ੍ਹਾ ਬਣਵਾਇਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ। ਫਿਰ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸੂਰਬੀਰਤਾ ਅਤੇ ਦੇਸ਼ ਪਿਆਰ ਦਾ ਇੱਕ ਕੇਂਦਰ ਬਣਾਇਆ, ਜਿਸ ਦਾ ਨਾਂ ਅਕਾਲ ਤਖਤ ਰੱਖਿਆ। ਅੰਮ੍ਰਿਤ ਵੇਲੇ ਗੁਰਬਾਣੀ ਦਾ ਕੀਰਤਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੁੰਦਾ ਤੇ ਦੁਪਹਿਰ ਮਗਰੋਂ ਸੰਗਤਾਂ ਅਕਾਲ ਤਖਤ ਸਾਹਮਣੇ ਸੱਜਦੀਆਂ। ਇਸੇ ਸਰੀਰਕ ਕਸਰਤਾਂ, ਘੋਲ ਤੇ ਸ਼ਸਤਰਾਂ ਦੇ ਚਲਾਉਣ ਦਾ ਅਭਿਆਸ ਹੁੰਦਾ। ਢਾਡੀ ਸੂਰਬੀਰਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕਰਦੇ ਤੇ ਉਹਨਾਂ ਦੇ ਦਿਲਾਂ ਵਿੱਚ ਦੇਸ਼ ਪਿਆਰ ਅਤੇ ਅਣਖ ਦਾ ਜਜ਼ਬਾ ਪੈਦਾ ਕਰਦੇ। ਗੁਰੂ ਸਾਹਿਬ ਦੇ ਇਸ ਕੌਤਕ ਨਾਲ ਸਿੱਖਾਂ ਵਿੱਚ ਅਜਬ ਜੋਸ਼ ਭਰ ਗਿਆ। ਉਹ ਆਪਣੇ ਦੇਸ਼ ਅਤੇ ਧਰਮ ਤੋਂ ਜਾਨਾਂ ਵਾਰਨ ਲਈ
ਤਿਆਰ ਹੋ ਗਏ। ਗੁਰੂ ਸਾਹਿਬ ਨੂੰ ਸਿੱਖ ਸੰਗਤਾਂ ਹੁਣ ਸੱਚਾ ਪਾਤਸ਼ਾਹ ਸੱਦਦੀਆਂ ਹਨ। ਉਹ ਪੌਰਿਆਂ ਵਾਂਗ ਗੁਰੂ ਸਾਹਿਬ ਦੇ ਫੁੱਲ ਰੂਪੀ ਦਰਬਾਰ ਵਿੱਚ ਹਾਜ਼ਰ ਹੁੰਦੀਆਂ ਤੇ ਇੱਕ ਇਲਾਹੀ ਜੀਵਨ ਦਾ ਆਨੰਦ ਮਾਣਦੀਆਂ। ਗੁਰੂ ਸਾਹਿਬ ਨੇ ਆਪਣੀ ਹਜ਼ੂਰੀ ਵਿੱਚ ਰੱਖਣ ਲਈ ਬੜੇ ਬਲਵਾਨ ਤੇ ਸਿੱਲਤ ਸੂਰਮਿਆਂ ਦਾ ਇੱਕ ਛੋਟਾ ਜਿਹਾ ਫੌਜੀ ਦਸਤਾ ਤਿਆਰ ਕੀਤਾ, ਜੋ ਅਗਾਂਹ ਚੱਲ ਕੇ ਸਿੱਖ ਫੌਜ ਦੀ ਨੀਂਹ ਬਣਿਆ। ਇਸ ਫੌਜੀ ਦਸਤੇ ਵਿੱਚ ਸੇਵਾ ਭਾਲ ਨਾਲ ਬਹੁਤ ਸਾਰੇ ਬਹਾਦਰ ਜਵਾਨਾਂ ਨੇ ਆਪਣੇ ਆਪ ਨੂੰ ਭਰਤੀ ਹੋਣ ਲਈ ਪੇਸ਼ ਕੀਤਾ। ਗੁਰੂ ਸਾਹਿਬ ਨੇ ਉਹਨਾਂ ਨੂੰ ਘੋੜੇ ਅਤੇ ਸ਼ਸਤਰਾਂ ਨਾਲ ਲੈਸ ਕੀਤਾ। ਇਸ ਤਰ੍ਹਾਂ ਇੱਕ ਛੋਟੀ ਜਿਹੀ ਪਰ ਮਰ ਮਿਟਣ ਵਾਲੇ ਸੂਰਮਿਆਂ ਦੀ ਇੱਕ ਫੌਜ ਬਣ ਗਈ, ਜਿਸ ਦੀ ਬਹਾਦਰੀ ਦੀਆਂ ਧੁੰਮਾਂ ਥਾਂ ਥਾਂ ਪੈ ਗਈਆਂ। ਗੁਰੂ ਸਾਹਿਬ ਨੇ ਇਸ ਫੌਜ ਲਈ ਇੱਕ ਨਗਾਰਾ ਤੇ ਇੱਕ ਨਿਸ਼ਾਨ ਸਾਹਿਬ ਵੀ ਤਿਆਰ ਕਰਵਾ ਲਿਆ। ਜਹਾਂਗੀਰ ਨਾਲ ਸੰਬੰਧ ਚੰਦੂ ਵਰਗੇ ਗੁਰੂ ਘਰ ਦੇ ਕਈ ਦੋਖੀਆਂ ਨੇ ਜਹਾਂਗੀਰ ਤੱਕ ਸ਼ਿਕਾਇਤਾਂ ਪਹੁੰਚਾਈਆਂ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਫੌਜ ਰੱਖ ਲਈ ਹੈ ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਅਖਵਾਉਂਦੇ ਹਨ ਤੇ ਦਰਬਾਰ ਲਾਉਂਦੇ ਹਨ। ਇਹ ਇਸ ਤਰ੍ਹਾਂ ਹੀ ਆਪਣਾ ਰਾਜ ਕਾਇਮ ਕਰ ਲੈਣਗੇ। ਇਸ ਮਾਮਲੇ ਬਾਰੇ ਹੁਣੇ ਹੀ ਕੁਝ ਨਾ ਕੁਝ ਕਰਨਾ ਚਾਹੀਦਾ ਹੈ। ਜਹਾਂਗੀਰ ਨੇ ਵਜ਼ੀਰ ਖਾਂ ਤੇ ਗੁੰਚਾ ਬੇਗ ਨੂੰ ਗੁਰੂ ਸਾਹਿਬ ਨੂੰ ਦਿੱਲੀ ਲਿਆਉਣ ਲਈ ਅੰਮ੍ਰਿਤਸਰ ਭੇਜਿਆ। ਵਜ਼ੀਰ ਖਾਂ ਗੁਰੂ ਅਰਜਨ ਦੇਵ ਜੀ ਦਾ ਬੜਾ ਸ਼ਰਧਾਲੂ ਸੀ। ਗੁਰੂ ਸਾਹਿਬ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਗੁਰੂ ਘਰ ਦਾ ਸਾਰਾ ਪ੍ਰਬੰਧ ਸੌਂਪ ਕੇ ਪੂਰੀ ਠਾਠ ਬਾਠ ਨਾਲ ਆਪਣੇ ਘੋੜ ਸਵਾਰਾਂ ਸਮੇਤ ਵਜ਼ੀਰ ਖਾਂ ਨਾਲ ਦਿੱਲੀ ਨੂੰ ਤੁਰ ਪਏ। ਦਿੱਲੀ ਪਹੁੰਚ ਕੇ ਗੁਰੂ ਸਾਹਿਬ ਨੇ ਜਮਨਾ ਨਦੀ ਦੇ ਕੰਢੇ ਤੇ ਇੱਕ ਖੁੱਲੇ ਮੈਦਾਨ ਵਿੱਚ ਉਤਾਰਾ ਕੀਤਾ। ਸੰਗਤਾਂ ਹੁਮਾ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਤੇ ਉਹਨਾਂ ਨੇ ਚੜਾਵੇ ਦੇ ਢੇਰ ਲਾ ਦਿੱਤੇ। ਕੁਝ ਦਿਨਾਂ ਪਿੱਛੋਂ ਗੁਰੂ ਸਾਹਿਬ ਜਹਾਂਗੀਰ ਨੂੰ ਮਿਲੇ। ਉਹਨੇ ਗੁਰੂ ਸਾਹਿਬ ਦਾ ਬੜੇ ਆਦਰ ਮਾਣ ਨਾਲ ਸਵਾਗਤ ਕੀਤਾ। ਜਹਾਂਗੀਰ ਤੇ ਉਹਦੇ ਦਰਬਾਰੀ ਗੁਰੂ ਸਾਹਿਬ ਦੇ ਚਿਹਰੇ ਦੇ ਨੂਰ ਤੇ ਸ਼ਾਹੀ ਠਾਠ ਬਾਠ ਨੂੰ ਵੇਖ ਕੇ ਬੜੇ ਪ੍ਰਭਾਵਿਤ ਹੋਏ। ਜਹਾਂਗੀਰ ਨੇ ਗੁਰੂ ਸਾਹਿਬ ਨਾਲ ਧਰਮ ਬਾਰੇ ਗੱਲ ਕੀਤੀ ਤੇ ਕਈ ਸਵਾਲ ਪੁੱਛੇ। ਗੁਰੂ ਸਾਹਿਬ ਦੇ ਜਵਾਬ ਸੁਣ ਕੇ ਉਹ ਬੜਾ ਖੁਸ਼ ਹੋਇਆ। ਉਸ ਥਾਂ ਦੇ ਕੋਲ ਹੀ ਜਿੱਥੇ ਗੁਰੂ ਸਾਹਿਬ ਠਹਿਰੇ ਸਨ, ਰੱਬ ਦੀ ਬੰਦਗੀ ਕਰਨ ਵਾਲਾ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ। ਉਹ ਗੁਰੂ ਮਹਾਰਾਜ ਦੇ ਨੂਰਾਨੀ ਦੀਦਾਰ ਕਰਕੇ ਬੜਾ ਪ੍ਰਸੰਨ ਹੋਇਆ ਤੇ ਉਹਨੇ ਗੁਰੂ ਸਾਹਿਬ ਨੂੰ ਪੁੱਛਿਆ, ਮਹਾਰਾਜ ਸਮਝ ਨਹੀਂ ਆਉਂਦੀ, ਦੁਨੀਆ ਨੂੰ ਝੂਠ ਕਿਹਾ ਜਾਵੇ ਤਾਂ ਠੀਕ ਹੈ ਜਾਂ ਸੱਚ ਕਿਹਾ ਜਾਵੇ ਤਾਂ ਠੀਕ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ, ਸਾਈਂ ਜੀ ਸੁਪਨੇ ਦੀ ਰਚਨਾ ਨੂੰ ਵੇਖ ਲਓ। ਜਿੰਨਾ ਚਿਰ ਮਨੁੱਖ ਸੁਪਨੇ ਦੀ ਹਾਲਤ ਵਿੱਚ ਰਹਿੰਦਾ ਹੈ ਉਹਨੂੰ ਝੂਠਾ ਨਹੀਂ ਕਹਿ ਸਕਦਾ, ਜਦੋਂ ਉਹ ਜਾਗ ਪੈਂਦਾ ਹੈ ਤਾਂ ਸੁਪਨੇ ਨੂੰ ਸੱਚਾ ਨਹੀਂ ਕਹਿ ਸਕਦਾ। ਜਹਾਂਗੀਰ ਗੁਰੂ ਸਾਹਿਬ ਨੂੰ ਸ਼ਿਕਾਰ ਖੇਡਣ ਲਈ ਨਾਲ ਲੈ ਜਾਂਦਾ ਹੁੰਦਾ ਸੀ। ਇੱਕ ਦਿਨ ਜੰਗਲ ਵਿੱਚੋਂ ਇੱਕ ਸ਼ੇਰ ਨੇ ਜਹਾਂਗੀਰ ਤੇ ਹਮਲਾ ਕਰ ਦਿੱਤਾ। ਜਹਾਂਗੀਰ ਨੂੰ ਡਰ ਨਾਲ ਸਹਿਮਿਆ ਵੇਖ ਕੇ ਗੁਰੂ ਸਾਹਿਬ ਅਗਾਂਹ ਵਧੇ ਤੇ ਉਹਨਾਂ ਨੇ ਆਪਣੀ ਤਲਵਾਰ ਦਾ ਐਸਾ ਭਰਵਾਂ ਵਾਰ ਕੀਤਾ ਕਿ ਸ਼ੇਰ ਉੱਥੇ ਹੀ ਢੇਰੀ ਹੋ ਗਿਆ। ਜਹਾਂਗੀਰ ਨੇ ਆਪਣੀ ਜਾਨ ਬਚ ਜਾਣ ਤੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਤੇ ਗੁਰੂ ਸਾਹਿਬ ਦੀ ਬਹਾਦਰੀ ਦੀ ਦਾਦ ਦਿੱਤੀ। ਇੰਨੀ ਦਿਨੀ ਜਹਾਂਗੀਰ ਦਿੱਲੀ ਤੋਂ ਆਗਰੇ ਗਿਆ ਤੇ ਗੁਰੂ ਸਾਹਿਬ ਨੂੰ ਵੀ ਨਾਲ ਹੀ ਲੈ ਗਿਆ। ਗੁਰੂ ਸਾਹਿਬ ਦੇ ਆਗਰੇ ਪਹੁੰਚਣ ਦੀ ਖਬਰ ਸੁਣ ਕੇ ਆਗਰੇ ਦੀਆਂ ਸਿੱਖ ਸੰਗਤਾਂ ਨੂੰ ਚਾਅ ਚੜ ਗਿਆ ਤੇ ਉਹ ਹੁਮਾ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਈਆਂ। ਗਵਾਲੀਅਰ ਦਾ ਕਿਲਾ ਤੇ ਬੰਦੀ ਛੋੜ ਦਾਤਾ। ਜਹਾਂਗੀਰ ਨੇ ਵੇਖ ਲਿਆ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਪਿੱਛੋਂ ਸਿੱਖ ਭੈਭੀਤ ਹੋਣ ਦੀ ਥਾਂ ਸਗੋਂ ਨਿਡਰ ਬਣ ਗਏ ਹਨ ਤੇ ਉਹ ਆਪਣੇ ਗੁਰੂ ਨਾਲ ਜਾਨ ਤੋਂ ਵੀ ਵੱਧ ਪਿਆਰ ਕਰਦੇ ਹਨ। ਉਹਨੇ ਸੋਚਿਆ ਕਿ ਇਹ ਖਤਰਨਾਕ ਗੱਲ ਹੈ, ਇਸ ਲਈ ਇਹਨਾਂ ਨੂੰ ਦਬਾਉਣਾ ਹੀ ਠੀਕ ਹੈ। ਉਹਦੇ ਸਲਾਹਕਾਰਾਂ ਨੇ ਵੀ ਸਿੱਖਾਂ ਵਿਰੁੱਧ ਉਹਦੇ ਕੰਨ ਭਰੇ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ 12 ਸਾਲ ਲਈ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ। ਉਸ ਕਿਲੇ ਵਿੱਚ ਅੱਗੇ 52 ਰਾਜੇ ਕੈਦ ਸਨ। ਗੁਰੂ ਸਾਹਿਬ ਦੀ ਕੈਦ ਵੱਲੋਂ ਸੁਣ ਕੇ ਸਿੱਖ ਸੰਗਤਾਂ ਵਿੱਚ ਬੜੀ ਬੇਚੈਨੀ ਫੈਲ ਗਈ। ਸੰਗਤਾਂ ਨੇ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਗਵਾਲੀਅਰ ਨੂੰ ਚਾਲੇ ਪਾ ਦਿੱਤੇ। ਉਹ ਗੁਰੂ ਸਾਹਿਬ ਦੇ ਦਰਸ਼ਨ ਤਾਂ ਨਾ ਕਰ ਸਕਦੇ, ਪਰ ਬਾਹਰ ਕਿਲੇ ਦੀ ਕੰਧ ਨੂੰ ਸੀਸ ਨਿਵਾ ਕੇ ਤੇ ਉੱਥੇ ਹੀ ਮੱਥਾ ਟੇਕ ਕੇ ਮੁੜ ਆਉਂਦੇ। ਕਿਲੇ ਦਾ ਦਰੋਗਾ ਹਰੀਦਾਸ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਉਹ ਗੁਰੂ ਸਾਹਿਬ ਦੀ ਹਰ ਤਰ੍ਹਾਂ ਸੇਵਾ ਕਰਦਾ ਰਿਹਾ। ਚੰਦੂ ਨੇ ਹਰੀਦਾਸ ਨੂੰ ਲਾਲਚ ਦੇ ਕੇ ਗੁਰੂ ਸਾਹਿਬ ਨੂੰ ਮਾਰਨ ਦੇ ਯਤਨ ਕੀਤੇ। ਹਰੀਦਾਸ ਇਹ ਸਭ ਕੁਝ ਗੁਰੂ ਸਾਹਿਬ ਨੂੰ ਦੱਸ ਦਿੰਦਾ ਰਿਹਾ। ਗੁਰੂ ਸਾਹਿਬ ਦੇ ਕਿਲੇ ਵਿੱਚ ਰਹਿਣ ਕਰਕੇ ਕੈਦੀਆਂ ਰਾਜਿਆਂ ਨੂੰ ਵੀ ਹਰ ਤਰ੍ਹਾਂ ਦਾ ਸੁੱਖ ਮਿਲਿਆ। ਗੁਰੂ ਸਾਹਿਬ ਦੀ ਆਗਿਆ ਅਨੁਸਾਰ ਉਹ ਸਾਰੀ ਵਧੀਆ ਖੁਰਾਕ ਜਿਹੜੀ ਬਾਦਸ਼ਾਹ ਦੇ ਹੁਕਮ ਨਾਲ ਗੁਰੂ ਸਾਹਿਬ ਤੇ ਉਹਨਾਂ ਦੇ ਸਾਥੀਆਂ ਲਈ ਕਿਲੇ ਵਿੱਚ ਆਉਂਦੀ ਸੀ, ਉਹ ਰਾਜਿਆਂ ਵਿੱਚ ਵੰਡ ਦਿੱਤੀ ਜਾਂਦੀ ਸੀ। ਗੁਰੂ ਸਾਹਿਬ ਆਪ ਸਿਰਫ ਉਹ ਸਾਦਾ ਖਾਣਾ ਹੀ ਖਾਂਦੇ ਜਿਹੜਾ ਗੁਰਸਿੱਖ ਕਿਰਤ ਕਰਕੇ ਉਹਨਾਂ ਦੀ ਭੇਟ ਕਰਦੇ। ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਨ ਵਿਰੁੱਧ ਸਿੱਖਾਂ ਤੋਂ ਇਲਾਵਾ ਕਈ ਨੇਕ ਮੁਸਲਮਾਨਾਂ ਨੇ ਵੀ ਆਵਾਜ਼ ਉਠਾਈ। ਜਹਾਂਗੀਰ ਨੇ 2 ਕੁ ਸਾਲਾਂ ਮਗਰੋਂ
ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦੇ ਦਿੱਤਾ। ਜਦੋਂ 52 ਰਾਜਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਬੜੇ ਦੁਖੀ ਹੋਏ। ਗੁਰੂ ਸਾਹਿਬ ਨੇ ਉਹਨਾਂ ਦਾ ਦੁੱਖ ਅਤੇ ਪਰੇਸ਼ਾਨੀ ਵੇਖ ਕੇ ਜਹਾਂਗੀਰ ਨੂੰ ਇਹ ਕਹਿ ਭੇਜਿਆ, ਅਸੀਂ ਇਕੱਲੇ ਰਿਹਾ ਨਹੀਂ ਹੋਵਾਂਗੇ, ਇਹਨਾਂ 52 ਰਾਜਿਆਂ ਨੂੰ ਸਾਡੇ ਨਾਲ ਹੀ ਛੱਡ ਦਿੱਤਾ ਜਾਵੇ। ਜਹਾਂਗੀਰ ਨੇ ਹੁਕਮ ਦਿੱਤਾ ਕਿ ਜਿੰਨੇ ਕੈਦੀ ਰਾਜੇ ਗੁਰੂ ਸਾਹਿਬ ਦਾ ਹੱਥ ਜਾਂ ਚੋਲਾ ਫੜ ਕੇ ਆ ਸਕਣ ਉਹ ਛੱਡ ਦਿੱਤੇ ਜਾਣ। ਸੋ ਗੁਰੂ ਸਾਹਿਬ ਨੇ 50 ਕਲੀਆਂ ਵਾਲਾ ਇੱਕ ਜਾਮਾ ਬਣਵਾ ਲਿਆ। 50 ਰਾਜੇ ਉਹਨਾਂ ਦੀਆਂ ਕਲੀਆਂ ਨੂੰ ਫੜ ਕੇ ਤੇ 2 ਗੁਰੂ ਸਾਹਿਬ ਦੇ ਹੱਥ ਫੜ ਕੇ ਕਿਲੇ ਤੋਂ ਬਾਹਰ ਆ ਗਏ। ਇਸੇ ਤਰ੍ਹਾਂ ਉਹ ਸਾਰੇ ਰਿਹਾ ਹੋ ਗਏ। ਕਿਲੇ ਤੋਂ ਬਾਹਰ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦਾ ਨਿੱਘਾ ਸਵਾਗਤ ਕੀਤਾ। ਉਸ ਕਿਲੇ ਵਿੱਚ ਇਸ ਸਥਾਨ ਤੇ ਅੱਗੇ ਤੱਕ ਲੋਹੇ ਦੀ ਫੱਟੀ ਗੱਡੀ ਹੋਈ ਹੈ ਜਿਸ ਤੇ ਬੰਦੀ ਛੋੜ ਦਾਤਾ ਸ਼ਬਦ ਲਿਖੇ ਹੋਏ ਹਨ। ਗਵਾਲੀਅਰ ਤੋਂ ਚੱਲ ਕੇ ਗੁਰੂ ਸਾਹਿਬ ਦਿੱਲੀ ਪਹੁੰਚੇ। ਜਹਾਂਗੀਰ ਆਪ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ। ਵਜ਼ੀਰ ਖਾਨ ਦੇ ਸਾਰੀ ਗੱਲ ਦੱਸਣ ਤੇ ਜਹਾਂਗੀਰ ਨੇ ਚੰਦੂ ਨੂੰ ਗੁਰੂ ਸਾਹਿਬ ਦੇ ਹਵਾਲੇ ਕਰ ਦਿੱਤਾ ਤੇ ਕਿਹਾ ਕਿ ਜਿੱਦਾਂ ਉਹ ਚਾਹਣ ਉਹਨੂੰ ਸਜ਼ਾ ਦੇਣ। ਗੁਰੂ ਸਾਹਿਬ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚੇ। ਸਿੱਖ ਸੰਗਤਾਂ ਨੇ ਉਹਨਾਂ ਦਾ ਬੜਾ ਸ਼ਾਨਦਾਰ ਸਵਾਗਤ ਕੀਤਾ। ਚੰਦੂ ਨੂੰ ਲਾਹੌਰ ਲਿਜਾਇਆ ਗਿਆ। ਉੱਥੇ ਉਹਦੀਆਂ ਮੁਸ਼ਕਾਂ ਬਣ ਕੇ ਉਹਨੂੰ ਬਾਜ਼ਾਰਾਂ ਵਿੱਚ ਫਿਰਾਇਆ ਗਿਆ। ਉਹਦੀ ਮੌਤ ਉਸੇ ਹੀ ਗੁਰਦਿੱਤੇ ਪੜਪੂੰਜੇ ਦੇ ਹੱਥੋਂ ਹੋਈ ਜਿਸ ਨੇ ਇਹਦੇ ਕਹਿਣ ਤੇ ਗੁਰੂ ਅਰਜਨ ਦੇਵ ਜੀ ਤੇ ਸੜਦੀ ਸੜਦੀ ਰੇਤ ਪਾਈ ਸੀ। ਇਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਦੇ ਜਹਾਂਗੀਰ ਨਾਲ ਸੰਬੰਧ ਚੰਗੇ ਰਹੇ। ਕੁਝ ਚਿਰ ਮਗਰੋਂ ਜਹਾਂਗੀਰ ਕਸ਼ਮੀਰ ਨੂੰ ਜਾਂਦਾ ਹੋਇਆ ਆਪਣੀਆਂ ਬੇਗਮਾਂ ਸਮੇਤ ਅੰਮ੍ਰਿਤਸਰ ਆਇਆ। ਉਹਨੇ ਸ੍ਰੀ ਅਕਾਲ ਤਖਤ ਦੀ ਇਮਾਰਤ ਲਈ ਆਪਣੀ ਸੇਵਾ ਪੇਸ਼ ਕਰਦਿਆਂ ਕਿਹਾ, ਜੇ ਆਗਿਆ ਕਰੇ ਤਾਂ ਇਹ ਸ਼ਾਹੀ ਖਰਚ ਤੇ ਬਣਵਾ ਦਿਆਂ। ਗੁਰੂ ਮਹਾਰਾਜ ਨੇ ਉੱਤਰ ਦਿੱਤਾ, ਇਹ ਧਰਮ ਤੇ ਇਨਸਾਫ ਦਾ ਤਖਤ ਹੈ, ਇਸ ਦੀ ਇਮਾਰਤ ਸਿੱਖਾਂ ਦੀ ਆਪਣੀ ਕਿਰਤ ਨਾਲ ਹੀ ਬਣਨੀ ਚਾਹੀਦੀ ਹੈ। ਵਿਆਹ ਤੇ ਸੰਤਾਨ। ਗੁਰੂ ਹਰਗੋਬਿੰਦ ਸਾਹਿਬ ਦੇ 3 ਵਿਆਹ ਹੋਏ। ਪਹਿਲਾ ਵਿਆਹ ਭੱਲਾ ਨਿਵਾਸੀ ਸ੍ਰੀ ਨਾਰਾਇਣ ਦਾਸ ਦੀ ਸਪੁੱਤਰੀ ਦਮੋਦਰੀ ਜੀ ਨਾਲ ਹੋਇਆ। ਇਹਨਾਂ ਦੇ 2 ਸਪੁੱਤਰ ਤੇ 1 ਸਪੁੱਤਰੀ ਸੀ। ਵੱਡੇ ਸਾਹਿਬਜ਼ਾਦੇ ਦਾ ਨਾਂ ਬਾਬਾ ਗੁਰਦਿੱਤਾ ਜੀ ਸੀ ਤੇ ਛੋਟੇ ਸਾਹਿਬਜ਼ਾਦੇ ਦਾ ਨਾਂ ਅਣੀ ਰਾਏ ਜੀ ਸੀ। ਸਪੁੱਤਰੀ ਦਾ ਨਾਂ ਬੀਬੀ ਵੀਰੋ ਜੀ ਸੀ। ਗੁਰੂ ਸਾਹਿਬ ਦਾ ਦੂਜਾ ਵਿਆਹ ਬਕਾਲਾ ਨਿਵਾਸੀ ਸ੍ਰੀ ਹਰੀਚੰਦ ਦੀ ਸਪੁੱਤਰੀ ਨਾਨਕੀ ਜੀ ਨਾਲ ਹੋਇਆ। ਇਹਨਾਂ ਦੇ 2 ਸਪੁੱਤਰ ਸਨ, ਬਾਬਾ ਅਟਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ। ਗੁਰੂ ਸਾਹਿਬ ਦਾ ਤੀਜਾ ਵਿਆਹ ਮੰਡਿਆਲੀ ਨਿਵਾਸੀ ਸ੍ਰੀ ਦਿਆਰਾਮ ਮਰਵਾਹੇ ਖੱਤਰੀ ਦੀ ਸਪੁੱਤਰੀ ਮਹਾਦੇਵੀ ਜੀ ਨਾਲ ਹੋਇਆ। ਇਹਨਾਂ ਦਾ ਇੱਕੋ ਇੱਕ ਸਪੁੱਤਰ ਸ੍ਰੀ ਸੂਰਜ ਮੱਲ ਸੀ। ਗੁਰਸਿੱਖੀ ਦਾ ਪ੍ਰਚਾਰ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਬੜੇ ਯਤਨ ਕੀਤੇ। ਪ੍ਰਚਾਰ ਦੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਵਾਂਗ ਪੰਜਾਬ ਤੋਂ ਬਾਹਰ ਦੂਰ ਦੂਰ ਥਾਵਾਂ ਦੀ ਯਾਤਰਾ ਵੀ ਕੀਤੀ। ਉਹਨਾਂ ਦੇ ਦਰਸ਼ਨ ਕਰਕੇ ਤੇ ਉਹਨਾਂ ਦੇ ਅੰਮ੍ਰਿਤ ਭਰੇ ਬਚਨ ਸੁਣ ਕੇ ਬਹੁਤ ਸਾਰੇ ਹਿੰਦੂ ਅਤੇ ਮੁਸਲਮਾਨ ਸਿੱਖ ਬਣ ਗਏ। ਕਸ਼ਮੀਰ ਦੀ ਯਾਤਰਾ। ਗੁਰੂ ਹਰਗੋਬਿੰਦ ਸਾਹਿਬ ਨੇ ਗੁਰਸਿੱਖੀ ਦੇ ਪ੍ਰਚਾਰ ਲਈ ਕਸ਼ਮੀਰ ਦਾ ਦੌਰਾ ਕੀਤਾ। ਅੰਮ੍ਰਿਤਸਰ ਤੋਂ ਚੱਲ ਕੇ ਉਹ ਲਾਹੌਰ ਠਹਿਰੇ। ਇੱਥੇ ਉਹ ਜਹਾਂਗੀਰ ਬਾਦਸ਼ਾਹ ਨੂੰ ਮਿਲੇ ਤੇ ਉਸ ਥਾਂ ਤੇ ਇੱਕ ਗੁਰਦੁਆਰਾ ਬਣਵਾਇਆ ਜਿੱਥੇ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾਏ ਸਨ। ਲਾਹੌਰ ਤੋਂ ਚੱਲ ਕੇ ਉਹ ਗੁਜਰਾਂਵਾਲਾ, ਵਜ਼ੀਰਾਬਾਦ ਆਦਿ ਕਈ ਥਾਵਾਂ ਤੇ ਠਹਿਰੇ। ਹਰ ਥਾਂ ਸੰਗਤਾਂ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਗੁਰਸਿੱਖੀ ਦਾ ਦਾਨ ਕਰਦੇ ਹੋਏ ਗੁਰੂ ਮਹਾਰਾਜ ਕਸ਼ਮੀਰ ਪਹੁੰਚੇ। ਕਸ਼ਮੀਰ ਦੀ ਹਕੂਮਤ ਦਬਾ ਕੇ ਹਿੰਦੂਆਂ ਨੂੰ ਮੁਸਲਮਾਨ ਬਣਾ ਰਹੀ ਸੀ। ਅਜਿਹੀ ਦਸ਼ਾ ਵਿੱਚ ਗੁਰੂ ਸਾਹਿਬ ਦੇ ਪ੍ਰਚਾਰ ਦਾ ਇਤਨਾ ਅਸਰ ਹੋਇਆ ਕਿ ਬਹੁਤ ਸਾਰੇ ਮੁਸਲਮਾਨ ਅਤੇ ਹਿੰਦੂ ਸਿੱਖ ਬਣ ਗਏ। ਸ੍ਰੀਨਗਰ ਪਹੁੰਚ ਕੇ ਗੁਰੂ ਸਾਹਿਬ ਨੇ ਮਾਈ ਭਾਗ ਭਰੀ ਨੂੰ ਦਰਸ਼ਨ ਦਿੱਤੇ। ਉਹ ਚਿਰਾਂ ਤੋਂ ਗੁਰੂ ਸਾਹਿਬ ਨੂੰ ਉਡੀਕ ਰਹੀ ਸੀ। ਉਹਨੇ ਗੁਰੂ ਸਾਹਿਬ ਲਈ ਰੇਜੇ ਦੀ ਇੱਕ ਪੁਸ਼ਾਕ ਬਣਾਈ ਹੋਈ ਸੀ। ਗੁਰੂ ਸਾਹਿਬ ਨੇ ਇਹ ਪੁਸ਼ਾਕ ਬੜੇ ਚਾਅ ਨਾਲ ਪਹਿਨੀ। ਕੁਝ ਸਮਾਂ ਸ੍ਰੀਨਗਰ ਵਿੱਚ ਨਿਵਾਸ ਕਰਕੇ ਗੁਰੂ ਸਾਹਿਬ ਵਾਪਸ ਪੰਜਾਬ ਨੂੰ ਚੱਲ ਪਏ। ਰਾਹ ਵਿੱਚ ਉਹ ਹਰ ਥਾਂ ਗੁਰਸਿੱਖੀ ਦਾ ਪ੍ਰਚਾਰ ਕਰਦੇ ਆਏ। ਗੁਜਰਾਤ ਪਹੁੰਚ ਕੇ ਉਹ ਕੁਝ ਦਿਨ ਉੱਥੇ ਰੁਕੇ। ਇੱਥੇ ਉਹਨਾਂ ਨੂੰ ਮੁਸਲਮਾਨ ਫਕੀਰ ਸ਼ਾਹ ਦੌਲਾ ਮਿਲਿਆ। ਉਹਨੇ ਗੁਰੂ ਸਾਹਿਬ ਦਾ ਠਾਠ ਬਾਠ ਵੇਖ ਕੇ ਇਹ ਸਵਾਲ ਕੀਤੇ, ਹਿੰਦੂ ਕੀ ਤੇ ਫਕੀਰ ਕੀ, ਔਰਤ ਕੀ ਤੇ ਪੀਰੀ ਕੀ, ਪੁੱਤਰ ਕੀ ਤੇ ਵੈਰਾਗ ਕੀ, ਦੌਲਤ ਕੀ ਤੇ ਤਿਆਗ ਕੀ। ਉਹਦਾ ਭਾਵ ਇਹ ਸੀ, ਫਕੀਰ ਸਿਰਫ ਮੁਸਲਮਾਨ ਹੀ ਹੋ ਸਕਦਾ ਹੈ, ਤੁਸੀਂ ਹਿੰਦੂ ਹੋ ਇਸ ਲਈ ਫਕੀਰ ਨਹੀਂ ਹੋ ਸਕਦੇ। ਵਿਆਹ ਹੋਣ ਕਰਕੇ ਤੁਸੀਂ ਪੀਰੀ ਦੇ ਹੱਕਦਾਰ ਨਹੀਂ, ਤੁਹਾਡੀ ਔਲਾਦ ਹੋਣ ਦੇ ਕਾਰਨ ਤੁਸੀਂ ਵੈਰਾਗੀ ਨਹੀਂ ਹੋ, ਤੁਹਾਡੇ ਕੋਲ ਧਨ ਦੌਲਤ ਹੈ ਇਸ ਲਈ ਤੁਸੀਂ ਤਿਆਗੀ ਨਹੀਂ ਹੋ। ਗੁਰੂ ਮਹਾਰਾਜ ਨੇ ਸ਼ਾਹ ਦੌਲੇ ਨੂੰ ਇਹ ਉੱਤਰ ਦਿੱਤੇ, ਔਰਤ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ। ਗੁਰੂ ਸਾਹਿਬ ਦਾ ਭਾਵ ਸੀ ਕਿ ਔਰਤ ਮਨੁੱਖ ਦੇ ਆਚਰਣ ਨੂੰ ਚੰਗਾ ਰੱਖਣ ਵਿੱਚ ਸਹਾਈ ਹੁੰਦੀ ਹੈ, ਪੁੱਤਰ ਉਸ ਦੀ ਯਾਦ ਨੂੰ ਕਾਇਮ ਰੱਖਦੇ ਹਨ, ਦੌਲਤ ਗੁਜ਼ਾਰੇ ਲਈ ਜ਼ਰੂਰੀ ਹੁੰਦੀ ਹੈ,
ਫਕੀਰ ਰੱਬ ਦਾ ਪਿਆਰਾ ਹੁੰਦਾ ਹੈ। ਉਹਦੀ ਨਜ਼ਰ ਵਿੱਚ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਹੁੰਦਾ, ਬਲਕਿ ਸਭ ਬਰਾਬਰ ਹੁੰਦੇ ਹਨ। ਗੁਜਰਾਤ ਤੋਂ ਚੱਲ ਕੇ ਗੁਰੂ ਸਾਹਿਬ ਰਾਹ ਵਿੱਚ ਕਈ ਥਾਵਾਂ 'ਤੇ ਠਹਿਰਦੇ ਹੋਏ ਨਨਕਾਣੇ ਸਾਹਿਬ ਪਹੁੰਚੇ। ਉੱਥੇ ਕੁਝ ਦਿਨ ਰੁਕੇ ਤੇ ਗੁਰੂ ਅਸਥਾਨਾਂ ਦੀ ਦੇਖਭਾਲ ਦਾ ਪ੍ਰਬੰਧ ਕਰਕੇ ਅੰਮ੍ਰਿਤਸਰ ਮੁੜ ਆਏ। ਉੱਤਰ ਪ੍ਰਦੇਸ਼ ਦੀ ਯਾਤਰਾ। ਪੀਲੀਭੀਤ ਕੋਲ ਗੋਰਖਮਤੇ ਦੇ ਅਸਥਾਨ ਦੇ ਗੁਰੂ ਨਾਨਕ ਦੇਵ ਜੀ ਦੀ ਜੋਗੀਆਂ ਨਾਲ ਬਹਿਸ ਹੋਈ ਸੀ। ਜੋਗੀ ਹਾਰ ਗਏ ਸਨ, ਇਸ ਲਈ ਗੋਰਖਮਤੇ ਦਾ ਨਾਂ ਨਾਨਕਮਤਾ ਪੈ ਗਿਆ ਸੀ। ਇਸ ਵੇਲੇ ਉਸ ਅਸਥਾਨ ਦੀ ਸੇਵਾ ਭਾਈ ਅਲਮਸਤ ਕਰਦਾ ਹੁੰਦਾ ਸੀ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਖਬਰ ਭੇਜੀ ਕਿ ਜੋਗੀਆਂ ਨੇ ਨਾਨਕਮਤੇ ਦੀ ਨਿਰਾਦਰੀ ਕੀਤੀ ਹੈ ਤੇ ਉਹਨੂੰ ਮਾਰਿਆ ਕੁੱਟਿਆ ਵੀ ਹੈ। ਇਹ ਖਬਰ ਸੁਣ ਕੇ ਗੁਰੂ ਸਾਹਿਬ ਕੁਝ ਸਿੱਖ ਸੂਰਮਿਆਂ ਨਾਲ ਨਾਨਕਮਤੇ ਪਹੁੰਚੇ, ਜੋਗੀਆਂ ਨੂੰ ਪਕੜਨ ਦਾ ਹੁਕਮ ਦਿੱਤਾ। ਇਹ ਵੇਖ ਕੇ ਜੋਗੀ ਡਰਦੇ ਮਾਰੇ ਉੱਥੋਂ ਨੱਸ ਗਏ। ਗੁਰੂ ਜੀ ਨੇ ਉੱਥੇ ਇੱਕ ਗੁਰਦੁਆਰਾ ਬਣਾਇਆ। ਉੱਥੋਂ ਦਾ ਰਾਜਾ ਬਾਜ ਬਹਾਦਰ ਗੁਰੂ ਮਹਾਰਾਜ ਦੇ ਦਰਸ਼ਨਾਂ ਲਈ ਆਇਆ ਤੇ ਉਪਦੇਸ਼ ਸੁਣ ਕੇ ਨਿਹਾਲ ਹੋ ਗਿਆ। ਗੁਰੂ ਸਾਹਿਬ ਨਾਨਕਮਤੇ ਤੇ ਗੁਰਦੁਆਰੇ ਦੀ ਸੰਭਾਲ ਦਾ ਪ੍ਰਬੰਧ ਕਰਕੇ ਵਾਪਸ ਅੰਮ੍ਰਿਤਸਰ ਗਏ। ਕੀਰਤਪੁਰ ਦੀ ਰਚਨਾ। ਗੁਰਸਿੱਖੀ ਦੇ ਅੰਮ੍ਰਿਤ ਦੀ ਵਰਖਾ ਕਰਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਨੇ ਨਾਲਾਗੜ੍ਹ, ਦੂਣ ਅਤੇ ਹੋਰ ਪਹਾੜੀ ਇਲਾਕਿਆਂ ਦੀ ਯਾਤਰਾ ਕੀਤੀ। ਇਹਨਾਂ ਪਹਾੜਾਂ ਦੇ ਰਮਣੀਕ ਦ੍ਰਿਸ਼ ਵੇਖ ਕੇ ਗੁਰੂ ਸਾਹਿਬ ਨੇ ਰਾਜਾ ਤਾਰਾ ਚੰਦ ਪਾਸੋਂ ਸਤਲੁਜ ਦੇ ਕੰਢੇ 'ਤੇ ਕੁਝ ਜ਼ਮੀਨ ਖਰੀਦ ਲਈ ਤੇ ਇੱਥੇ ਕੀਰਤਪੁਰ ਸ਼ਹਿਰ ਵਸਾਇਆ। ਕੀਰਤਪੁਰ ਦੀ ਨੀਂਹ ਗੁਰੂ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਪਾਸੋਂ ਰਖਵਾਈ। ਇੱਥੇ ਹੀ ਪੀਰ ਬੁੱਢਨ ਸ਼ਾਹ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਕਿਹਾ, ਮੇਰੀ ਇੱਛਾ ਹੈ ਕਿ ਗੁਰੂ ਨਾਨਕ ਦੇ ਰੂਪ ਵਿੱਚ ਦਰਸ਼ਨ ਦਿਓ। ਗੁਰੂ ਮਹਾਰਾਜ ਨੇ ਸੰਤ ਸਰੂਪ ਬਾਬਾ ਗੁਰਦਿੱਤਾ ਜੀ ਨੂੰ ਉਹਨਾਂ ਦੇ ਸਾਹਮਣੇ ਪੇਸ਼ ਕੀਤਾ। ਸਾਈਂ ਬੁੱਢਨ ਸ਼ਾਹ ਬੜਾ ਖੁਸ਼ ਹੋਇਆ। ਕੀਰਤਪੁਰ ਬੜਾ ਪਵਿੱਤਰ ਸਥਾਨ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਅੰਤਲੇ ਦਿਨ ਇੱਥੋਂ ਦੇ ਇਕਾਂਤ ਅਤੇ ਮਨੋਹਰ ਵਾਤਾਵਰਨ ਵਿੱਚ ਗੁਜ਼ਾਰੇ। ਇੱਥੇ ਹੀ ਗੁਰੂ ਹਰਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ ਸੀ ਤੇ ਇੱਥੇ ਹੀ ਦੋਹਾਂ ਗੁਰੂ ਸਾਹਿਬਾਂ ਨੂੰ ਗੁਰਿਆਈ ਮਿਲੀ ਸੀ। ਮਾਲਵੇ ਦੀ ਯਾਤਰਾ। ਗੁਰੂ ਹਰਗੋਬਿੰਦ ਸਾਹਿਬ ਨੇ ਮਾਲਵੇ ਦੀ ਸੰਗਤ ਨੂੰ ਵੀ ਆਪਣੇ ਦਰਸ਼ਨਾਂ ਨਾਲ ਨਿਹਾਲ ਕੀਤਾ। ਇੱਥੇ ਉਹਨਾਂ ਨੇ ਬਹੁਤ ਸਾਰੇ ਅਸਥਾਨਾਂ ਦੀ ਯਾਤਰਾ ਕੀਤੀ। ਗੁਰੂ ਸਾਹਿਬ ਨੇ ਆਪਣੇ ਸਾਂਢੂ ਭਾਈ ਸਾਈਂ ਦਾਸ ਦੇ ਪਿੰਡ ਡਰੌਲੀ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਕਾਫੀ ਚਿਰ ਨਿਵਾਸ ਕੀਤਾ ਤੇ ਸਾਰੇ ਇਲਾਕੇ ਵਿੱਚ ਸਿੱਖੀ ਪ੍ਰਚਾਰ ਦੀ ਵਰਖਾ ਕੀਤੀ। ਇੱਥੇ ਸਾਧੂ ਅਤੇ ਉਹਦਾ ਪੁੱਤਰ ਰੂਪਾ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਸਿੱਖ ਬਣੇ। ਇੱਕ ਦਿਨ ਗੁਰੂ ਸਾਹਿਬ ਡਰੌਲੀ ਤੋਂ ਸ਼ਿਕਾਰ ਖੇਡਣ ਨਿਕਲੇ। ਗਰਮੀ ਦੀ ਰੁੱਤ ਸੀ। ਭਾਈ ਸਾਧੂ ਤੇ ਰੂਪਾ ਖੇਤਾਂ ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੂੰ ਪਿਆਸ ਲੱਗੀ। ਉਹਨਾਂ ਪਾਣੀ ਪੀਣ ਲੱਗਿਆ ਵੇਖਿਆ ਕਿ ਪਾਣੀ ਬਹੁਤ ਠੰਡਾ ਹੈ। ਪ੍ਰੇਮ ਵਿੱਚ ਆ ਕੇ ਪਿਓ ਪੁੱਤਰ ਦੋਹਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਹ ਪਾਣੀ ਤਾਂ ਆਪ ਜੀ ਦੇ ਪੀਣ ਯੋਗ ਹੈ। ਸਤਿਗੁਰੂ ਘੋੜਾ ਦੌੜਾਉਂਦੇ ਹੋਏ ਉੱਧਰ ਆ ਨਿਕਲੇ ਤੇ ਉਹਨਾਂ ਨੇ ਪ੍ਰੇਮ ਭਰਿਆ ਜਲ ਛਕਿਆ। ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਇਸ ਪਰਿਵਾਰ ਨੂੰ ਦੇਗ ਤੇਗ ਚਲਾਉਣ ਲਈ ਇੱਕ ਕੜਛ ਅਤੇ ਖੰਡਾ ਬਰਸ਼ਿਆ। ਭਾਈ ਰੂਪੇ ਨੇ ਗੁਰੂ ਸਾਹਿਬ ਦੀ ਆਗਿਆ ਤੇ ਰੂਪਾ ਨਾਮੀ ਪਿੰਡ ਵਸਾਇਆ। ਭਾਈ ਸਾਹਿਬ ਬਾਗੜੀਆਂ ਇਸ ਘਰਾਣੇ ਵਿੱਚੋਂ ਹਨ। ਇਸੇ ਤਰ੍ਹਾਂ ਸਤਿਗੁਰੂ ਦਾ ਉਪਦੇਸ਼ ਸੁਣ ਕੇ ਮੋਹਨ ਅਤੇ ਦੋ ਪੁੱਤਰ ਰੂਪਚੰਦ ਅਤੇ ਕਾਲਾ ਸਿੱਖ ਬਣੇ। ਉਹਨਾਂ ਦਾ ਕੋਈ ਘਰ ਘਾਟ ਨਹੀਂ ਸੀ। ਉਸ ਇਲਾਕੇ ਦੇ ਲੋਕ ਉਹਨਾਂ ਨੂੰ ਕਿਧਰੇ ਟਿਕਣ ਨਹੀਂ ਸਨ ਦਿੰਦੇ। ਉਹਨਾਂ ਦੀ ਬੇਨਤੀ ਤੇ ਗੁਰੂ ਸਾਹਿਬ ਨੇ ਇਹ ਪਿੰਡ ਵਸਾਇਆ। ਮੋਹਨ ਮਹਾਰਾਜ ਦੀ ਸੰਤਾਨ ਵਿੱਚੋਂ ਸੀ, ਇਸ ਲਈ ਇਸ ਨਾਲ ਝਗੜਾ ਕੀਤਾ। ਦੋਹਾਂ ਧਿਰਾਂ ਵਿੱਚ ਲੜਾਈ ਹੋ ਪਈ, ਜਿਸ ਵਿੱਚ ਗੁਰੂ ਸਾਹਿਬ ਨੇ ਮੋਹਨ ਦੀ ਮਦਦ ਕੀਤੀ। ਇਸ ਲਈ ਮੋਹਨ ਦੀ ਫਤਿਹ ਹੋਈ। ਪਟਿਆਲਾ, ਜੀਂਦ ਆਦਿ ਰਿਆਸਤਾਂ ਦੇ ਮਹਾਰਾਜੇ ਇਸ ਵੰਸ਼ ਵਿੱਚੋਂ ਹਨ। ਸਿੱਖੀ ਸਿਦਕ ਅਤੇ ਭਾਈ ਗੁਰਦਾਸ। ਇੱਕ ਦਿਨ ਦੀਵਾਨ ਸੱਜਿਆ ਹੋਇਆ ਸੀ ਤੇ ਦੂਰ ਦੂਰ ਤੋਂ ਸੰਗਤਾਂ ਆਈਆਂ ਹੋਈਆਂ ਸਨ। ਗੁਰੂ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਿੱਖੀ ਸਿਦਕ ਨਿਭਾਉਣਾ ਬੜਾ ਔਖਾ ਹੈ। ਕੋਲੋਂ ਭਾਈ ਗੁਰਦਾਸ ਜੀ ਨੇ ਉੱਤਰ ਦਿੱਤਾ, ਜਿਸ ਨੇ ਗੁਰਸਿੱਖੀ ਨੂੰ ਸਮਝਿਆ ਹੈ ਉਸ ਲਈ ਸਿੱਖੀ ਸਿਦਕ ਨਿਭਾਉਣਾ ਕੋਈ ਔਖਾ ਨਹੀਂ। ਭਾਈ ਗੁਰਦਾਸ ਨੇ ਆਪਣੀ ਲਿਖੀ ਵਾਰ ਵਿੱਚੋਂ ਇਹ ਤੁਕ ਸੁਣਾਈ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਗੁਰੂ ਸਾਹਿਬ ਨੇ ਜਦ ਇਹ ਬਚਨ ਸੁਣੇ ਤਾਂ ਉਹਨਾਂ ਅਨੁਭਵ ਕੀਤਾ ਕਿ ਭਾਈ ਸਾਹਿਬ ਦੇ ਬਚਨਾਂ ਵਿੱਚ ਨਿਮਰਤਾ ਦੀ ਥਾਂ ਹੰਕਾਰ ਆ ਗਿਆ ਜਾਪਦਾ ਹੈ, ਪਰ ਗੁਰੂ ਜੀ ਉਸੇ ਵੇਲੇ ਚੁੱਪ ਕਰ ਰਹੇ। ਥੋੜੇ ਦਿਨਾਂ ਪਿੱਛੋਂ ਗੁਰੂ ਮਹਾਰਾਜ ਨੇ ਭਾਈ ਸਾਹਿਬ ਨੂੰ ਕੁਝ ਰਕਮ ਦੇ ਕੇ ਕਾਬਲ ਵੱਲ ਘੋੜੇ ਖਰੀਦਣ ਲਈ ਘੱਲਿਆ। ਉੱਥੇ ਭਾਈ ਸਾਹਿਬ ਦੇ ਤੰਬੂ ਵਿੱਚੋਂ ਚੋਰਾਂ ਨੇ ਰੁਪਇਆ ਕੱਢ ਲਿਆ। ਭਾਈ ਸਾਹਿਬ ਬੜੇ ਪਰੇਸ਼ਾਨ ਹੋਏ ਤੇ ਬਦਨਾਮੀ ਤੋਂ ਡਰਦੇ ਮਾਰੇ ਗੁਰੂ ਜੀ ਪਾਸ ਵਾਪਸ ਆਉਣ ਦੀ ਥਾਂ ਕਾਸ਼ੀ ਵੱਲ ਚਲੇ ਗਏ। ਜਦੋਂ ਗੁਰੂ ਸਾਹਿਬ ਨੂੰ ਇਸ ਬਾਰੇ ਪਤਾ ਲੱਗਾ, ਉਹਨਾਂ ਨੇ ਕਾਸ਼ੀ ਦੀ ਸੰਗਤ ਦੇ ਨਾਂ ਹੁਕਮਨਾਮਾ ਭੇਜਿਆ, ਭਾਈ ਗੁਰਦਾਸ ਰੁਪਈਆ ਲੈ ਕੇ ਭੱਜ ਆਏ ਹਨ, ਉਹਨਾਂ ਦੀਆਂ ਮੁਸ਼ਕਾਂ ਬਣ ਕੇ ਸਾਡੇ ਪਾਸ ਭੇਜੋ। ਕਾਂਸ਼ੀ ਦੀ ਸੰਗਤ ਇਸ ਹੁਕਮਨਾਮੇ ਤੇ ਬੜੀ ਹੈਰਾਨ ਹੋਈ, ਪਰ ਭਾਈ ਸਾਹਿਬ ਨੇ ਆਪਣੀਆਂ ਮੁਸ਼ਕਾਂ ਬਣਵਾ ਲਈਆਂ ਤੇ ਅੰਮ੍ਰਿਤਸਰ ਆ ਪਹੁੰਚੇ। ਸਜੇ ਹੋਏ ਦੀਵਾਨ ਵਿੱਚ ਜਦੋਂ ਭਾਈ ਸਾਹਿਬ ਹਾਜ਼ਰ ਹੋਏ ਤਾਂ ਗੁਰੂ ਸਾਹਿਬ ਨੇ ਹੱਸ ਕੇ ਕਿਹਾ,
ਭਾਈ ਜੀ, ਤੁਸੀਂ ਤਾਂ ਕਿਹਾ ਸੀ ਸਿੱਖ ਨੂੰ ਕਦੇ ਸਿਦਕ ਨਹੀਂ ਹਾਰਨਾ ਚਾਹੀਦਾ, ਪਰ ਰੁਪਏ ਗਵਾ ਕੇ ਤੁਸੀਂ ਕਾਸ਼ੀ ਵੱਲ ਨੱਸ ਗਏ। ਚਿਰਾਂ ਬਾਅਦ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤੇ ਉਹਨਾਂ ਦੇ ਅੰਮ੍ਰਿਤ ਭਰੇ ਵਚਨ ਸੁਣ ਕੇ ਭਾਈ ਸਾਹਿਬ ਦੇ ਨੇਤਰ ਭਰ ਆਏ ਤੇ ਰੁਕੇ ਹੋਏ ਕੰਠ ਨਾਲ ਬੋਲੇ, ਗਰੀਬ ਨਿਵਾਜ਼, ਜੇ ਗੁਰ ਪਰਮਾਏ ਸਾਂਗ, ਕਰੇ ਕੀ ਸਿੱਖ ਵਿਚਾਰਾ। ਭਾਈ ਜੀ ਦੇ ਇਸ ਡੁੱਲਦੇ ਪ੍ਰੇਮ ਨੂੰ ਵੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਛਾਤੀ ਨਾਲ ਲਾ ਲਿਆ। ਕੌਲਸਰ। ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਲਾਹੌਰ ਗਏ ਤੇ ਮੁਜੰਗ ਵਿੱਚ ਠਹਿਰੇ। ਉੱਥੇ ਦੀਵਾਨ ਲੱਗਦਾ ਸੀ। ਲਾਹੌਰ ਦੀ ਸੰਗਤ ਅਤੇ ਸੰਤ ਫਕੀਰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਸਨ। ਇੱਕ ਦਿਨ ਮੀਆਂ ਮੀਰ ਜੀ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਏ। ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ, ਕਾਜ਼ੀ ਗੁਸਤਮ ਖਾਂ ਦੀ ਧੀ ਕੌਲਾਂ ਆਪ ਜੀ ਦੇ ਦੀਵਾਨ ਵਿੱਚ ਹਾਜ਼ਰ ਹੁੰਦੀ ਰਹੀ ਏ। ਆਪ ਜੀ ਦੇ ਦਰਸ਼ਨ ਕਰਕੇ ਤੇ ਬਾਣੀ ਦਾ ਅੰਮ੍ਰਿਤ ਪੀ ਕੇ ਸਿੱਖ ਬਣ ਗਈ ਏ। ਉਸਦਾ ਪਿਓ ਉਹਨੂੰ ਮਾਰ ਦੇਣਾ ਚਾਹੁੰਦਾ ਏ। ਉਹਨੇ ਵਿਆਹ ਕਰਾਉਣ ਤੋਂ ਨਾ ਕਰ ਦਿੱਤੀ ਏ ਤੇ ਆਪਣੀ ਉਮਰ ਪਰਮਾਤਮਾ ਭਗਤੀ ਵਿੱਚ ਗੁਜ਼ਾਰਨੀ ਚਾਹੁੰਦੀ ਏ। ਜੇ ਤੁਸੀਂ ਉਸ ਨੂੰ ਓਟ ਦਿਓ ਤਾਂ ਹੀ ਉਹ ਆਪਣੀ ਜਾਨ ਬਚਾ ਸਕਦੀ ਏ। ਗੁਰੂ ਸਾਹਿਬ ਨੇ ਮੀਆਂ ਮੀਰ ਜੀ ਦੀ ਗੱਲ ਮੰਨ ਲਈ ਤੇ ਕੌਲਾਂ ਨੂੰ ਪਨਾਹ ਦੇਣ ਦਾ ਇਕਰਾਰ ਕੀਤਾ। ਕੌਲਾਂ ਆਪਣੀ ਇੱਕ ਸਹੇਲੀ ਦੇ ਨਾਲ ਅੰਮ੍ਰਿਤਸਰ ਆ ਗਈ। ਕਾਜ਼ੀ ਗੁਸਤਮ ਖਾਂ ਨੇ ਲਾਹੌਰ ਦੇ ਸੂਬੇ ਨਾਲ ਮਿਲ ਕੇ ਜਹਾਂਗੀਰ ਕੋਲ ਸ਼ਿਕਾਇਤ ਪਹੁੰਚਾਈ, ਪਰ ਬਾਦਸ਼ਾਹ ਨੇ ਕੋਈ ਪਰਵਾਹ ਨਾ ਕੀਤੀ। ਕੌਲਾਂ ਗੁਰਸਿੱਖੀ ਵੱਲ ਮੋਹੀ ਗਈ ਸੀ। ਉਹ ਅੰਮ੍ਰਿਤਸਰ ਵਿੱਚ ਰਹਿ ਕੇ ਇੱਕ ਆਦਰਸ਼ਕ ਜੀਵਨ ਬਤੀਤ ਕਰਦੀ ਸੀ। ਉਹ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜਾਂਦੀ ਤੇ ਗੁਰਬਾਣੀ ਦੇ ਕੀਰਤਨ ਦਾ ਰਸ ਮਾਣਦੀ। ਦਿਨ ਭਰ ਉਹ ਸਾਧ ਸੰਗਤਾਂ ਦੀ ਸੇਵਾ ਕਰਦੀ। ਉਹਨੂੰ ਇੱਕ ਦਿਨ ਖਿਆਲ ਆਇਆ ਕਿ ਉਹਦੀ ਕੋਈ ਯਾਦਗਾਰ ਹੋਣੀ ਚਾਹੀਦੀ ਹੈ। ਉਹਨੇ ਇਸ ਬਾਰੇ ਗੁਰੂ ਜੀ ਅੱਗੇ ਬੇਨਤੀ ਕੀਤੀ ਤਾਂ ਉਹਨਾਂ ਨੇ ਕਿਹਾ, ਬੇਟੀ, ਤੇਰੀ ਅਜਿਹੀ ਯਾਦਗਾਰ ਬਣਾਵਾਂਗੇ ਜੋ ਹਮੇਸ਼ਾ ਲਈ ਕਾਇਮ ਰਹੇਗੀ। ਸੋ ਗੁਰੂ ਸਾਹਿਬ ਨੇ ਇੱਕ ਸਰੋਵਰ ਬਣਾਇਆ ਜਿਸ ਦਾ ਨਾਂ ਕੌਲਸਰ ਰੱਖਿਆ। ਕੁਝ ਚਿਰ ਪਿੱਛੋਂ ਕੌਲਾ ਕਰਤਾਰਪੁਰ ਚਲੀ ਗਈ। ਉੱਥੇ ਹੀ ਉਹ ਕੁਝ ਸਮੇਂ ਪਿੱਛੋਂ ਸਵਰਗਵਾਸ ਹੋ ਗਈ। ਬਾਬਾ ਅਟਲ ਰਾਏ ਜੀ। ਬਾਬਾ ਅਟਲ ਰਾਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੌਥੇ ਸਾਹਿਬਜ਼ਾਦੇ ਸਨ। ਛੋਟੀ ਉਮਰ ਤੋਂ ਹੀ ਉਹ ਜੋ ਵੀ ਬਚਨ ਸਹਿਜ ਸੁਭਾ ਮੂੰਹ ਕੱਢਦੇ ਸਨ ਉਹ ਪੂਰਾ ਹੋ ਜਾਂਦਾ ਸੀ। ਸਾਰੇ ਸ਼ਹਿਰ ਵਿੱਚ ਉਹਨਾਂ ਦਾ ਜਸ ਫੈਲਿਆ ਹੋਇਆ ਸੀ, ਪਰ ਗੁਰੂ ਹਰਗੋਬਿੰਦ ਸਾਹਿਬ ਕਰਾਮਾਤ ਵਿਖਾਉਣ ਦੇ ਸਖਤ ਵਿਰੁੱਧ ਸਨ। ਇੱਕ ਵਾਰ ਅਟਲ ਰਾਏ ਜੀ ਮੁੰਡਿਆਂ ਨਾਲ ਖੇਡ ਰਹੇ ਸਨ ਕਿ ਸ਼ਾਮ ਪੈ ਗਈ। ਮੋਹਨ ਨਾਂ ਵਾਲੇ ਮੁੰਡੇ ਸਿਰ ਮੀਟੀ ਸੀ। ਫੈਸਲਾ ਇਹ ਹੋਇਆ ਕਿ ਮੋਹਨ ਕੋਲੋਂ ਸਵੇਰੇ ਮੀਟੀ ਲਈ ਜਾਏ। ਰੱਬ ਦਾ ਪਾਣਾ ਇਹ ਵਰਤਿਆ ਕਿ ਮੋਹਨ ਨੂੰ ਰਾਤ ਵੇਲੇ ਸੱਪ ਲੜ ਗਿਆ ਤੇ ਉਹ ਮਰ ਗਿਆ। ਉਹਦੇ ਮਾਪਿਆਂ ਨੂੰ ਬੜਾ ਦੁੱਖ ਹੋਇਆ। ਦਿਨ ਚੜ੍ਹਨ ਤੇ ਉਹਨਾਂ ਨੇ ਉਹਦੇ ਸੰਸਕਾਰ ਦਾ ਪ੍ਰਬੰਧ ਕੀਤਾ। ਇਤਨੇ ਨੂੰ ਅਟਲ ਰਾਏ ਜੀ ਹੋਰ ਮੁੰਡਿਆਂ ਨਾਲ ਮੋਹਨ ਪਾਸੋਂ ਆਪਣੀ ਮੀਟੀ ਲੈਣ ਲਈ ਆ ਗਏ। ਰੋਣਾ ਪਿੱਟਣਾ ਵੇਖ ਕੇ ਪਤਾ ਲੱਗਾ ਕਿ ਮੋਹਨ ਤਾਂ ਮਰ ਗਿਆ। ਅਟਲ ਰਾਏ ਜੀ ਨੇ ਕਿਹਾ, ਮੋਹਨ ਨੇ ਤਾਂ ਸਾਡੀ ਮੀਟੀ ਦੇਣੀ ਏ, ਇਹ ਮਰਿਆ ਨਹੀਂ, ਇਹ ਐਵੇਂ ਅਵੇਸਲਾ ਹੋਇਆ ਪਿਆ ਏ। ਇਹ ਕਹਿ ਕੇ ਉਹ ਗਾਂਹ ਵਧੇ ਤੇ ਆਪਣੀ ਖੁੰਡੀ ਨਾਲ ਮੋਹਨ ਨੂੰ ਤਾਂ ਚੁੱਕਦਿਆਂ ਕਿਹਾ, ਉੱਠ ਬਈ ਮੋਹਨ, ਸਾਡੀ ਮੀਟੀ ਦੇ। ਮੋਹਨ ਉਸੇ ਵੇਲੇ ਉੱਠ ਬੈਠਾ ਤੇ ਹੱਸਦਾ ਹੋਇਆ ਮੁੰਡਿਆਂ ਨਾਲ ਖੇਡਣ ਤੁਰ ਪਿਆ। ਰੋਣਾ ਪਿੱਟਣਾ ਖੁਸ਼ੀ ਵਿੱਚ ਬਦਲ ਗਿਆ। ਸਾਰੇ ਅਟਲ ਰਾਏ ਜੀ ਦੇ ਚਰਨਾਂ ਤੇ ਡਿੱਗ ਪਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਸਖਤ ਨਾਰਾਜ਼ ਹੋਏ। ਉਹਨਾਂ ਅਟਲ ਰਾਏ ਜੀ ਨੂੰ ਕਿਹਾ, ਮੈਂ ਤਾਂ ਭਾਣਾ ਮੰਨਣ ਦੀ ਸਿੱਖਿਆ ਦਿੰਦਾ ਹਾਂ, ਤੁਸੀਂ ਕਰਾਮਾਤ ਵਿਖਾ ਰਹੇ ਹੋ। ਇਹ ਸੁਣ ਕੇ ਅਟਲ ਰਾਏ ਜੀ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਤੇ ਹਰਿਮੰਦਰ ਸਾਹਿਬ ਵੱਲ ਚਲੇ ਗਏ। ਇੱਥੋਂ ਇਸ਼ਨਾਨ ਕਰਕੇ ਕੌਲਸਰ ਦੇ ਕੰਢੇ ਤੇ ਆ ਬੈਠੇ। ਇੱਥੇ ਜਪਜੀ ਦਾ ਪਾਠ ਕਰਦਿਆਂ ਸਮਾਧੀ ਵਿੱਚ ਹੀ ਜੋਤੀ ਜੋਤ ਸਮਾ ਗਏ। ਅਟਲ ਰਾਏ ਜੀ ਦੀ ਅਵਸਥਾ ਉਸ ਵੇਲੇ 9 ਸਾਲਾਂ ਦੀ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਕਿਹਾ, ਅਟਲ ਰਾਏ ਜੀ ਨੇ ਮੇਰੀ ਆਗਿਆ ਦਾ ਪਾਲਣ ਕੀਤਾ ਹੈ, ਉਹ ਸਦਾ ਅਮਰ ਰਹਿਣਗੇ। ਉਹਨਾਂ ਦੀ ਇੱਕ ਸੁੰਦਰ ਯਾਦਗਾਰ 9 ਮੰਜ਼ਿਲਾ ਉੱਚੀ ਬਣੇਗੀ। ਉਹਨਾਂ ਦੇ ਦਰ ਤੋਂ ਸਭ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਇੱਥੇ ਅੰਨ ਦੇ ਭੰਡਾਰੇ ਲੱਗੇ ਰਹਿਣਗੇ ਤੇ ਕੋਈ ਵੀ ਲੋੜਵੰਦ ਖਾਲੀ ਹੱਥ ਨਹੀਂ ਜਾਏਗਾ। ਬਾਬਾ ਸ੍ਰੀ ਚੰਦ ਮਿਲਾਪ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਬਾਬਾ ਸ੍ਰੀ ਚੰਦ ਨੂੰ ਮਿਲਣ ਗਏ। ਬਾਬਾ ਸ੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸਨ। ਉਹ ਪਿੰਡ ਬਾਰਠ ਵਿੱਚ ਰਹਿੰਦੇ ਸਨ। ਇਹ ਪਿੰਡ ਡੇਰਾ ਬਾਬਾ ਨਾਨਕ ਤੋਂ 20 ਕੁ ਮੀਲ ਦੂਰ ਹੈ। ਬਾਬਾ ਸ੍ਰੀ ਚੰਦ ਜੀ ਉਦਾਸੀ ਮੱਤ ਦੇ ਮੋਢੀ ਸਨ। ਇਹ ਮੱਤ ਸਿੱਖ ਧਰਮ ਦਾ ਇੱਕ ਅੰਗ ਹੈ। ਬਾਬਾ ਸ੍ਰੀ ਚੰਦ ਗੁਰੂ ਹਰਗੋਬਿੰਦ ਸਾਹਿਬ ਨੂੰ ਬੜੇ ਪਿਆਰ ਨਾਲ ਮਿਲੇ। ਬਾਬਾ ਜੀ ਨੇ ਪੁੱਛਿਆ, ਆਪ ਜੀ ਦੇ ਕਿੰਨੇ ਸਾਹਿਬਜ਼ਾਦੇ ਹਨ? ਗੁਰੂ ਸਾਹਿਬ ਨੇ ਉੱਤਰ ਦਿੱਤਾ, ਅਕਾਲ ਪੁਰਖ ਨੇ 5 ਪੁੱਤਰ ਬਖਸ਼ੇ ਹਨ। ਇਸ ਤੇ ਬਾਬਾ ਜੀ ਨੇ ਕਿਹਾ, ਸਾਰੇ ਆਪਣੇ ਕੋਲ ਹੀ ਰੱਖਣੇ ਨੇ ਕਿ ਸਾਨੂੰ ਵੀ ਦਿਓਗੇ? ਗੁਰੂ ਸਾਹਿਬ ਨੇ ਬਾਬਾ ਗੁਰਦਿੱਤਾ ਨੂੰ ਪੇਸ਼ ਕਰਦਿਆਂ ਕਿਹਾ, ਇਹ ਮੇਰਾ ਵੱਡਾ ਪੁੱਤਰ ਗੁਰਦਿੱਤਾ ਹੈ, ਆਪ ਜੀ ਦੀ ਸੇਵਾ ਲਈ ਹਾਜ਼ਰ ਹੈ। ਇਹ ਸੁਣ ਕੇ ਬਾਬਾ ਸ੍ਰੀ ਚੰਦ ਜੀ ਬੜੇ ਪ੍ਰਸੰਨ ਹੋਏ। ਉਹਨਾਂ ਨੇ ਸੇਲੀ ਟੋਪੀ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਕਿਹਾ, ਗੁਰਗੱਦੀ ਤਾਂ ਅੱਗੇ ਹੀ ਤੁਹਾਡੇ ਪਾਸ ਹੈ, ਸਾਡੇ ਕੋਲ ਥੋੜ੍ਹਾ ਜਿਹਾ ਤਪ ਤੇ ਫਕੀਰੀ ਸੀ, ਇਹ ਵੀ ਲੈ ਲਓ। ਇਸ ਤਰ੍ਹਾਂ ਬਾਬਾ ਗੁਰਦਿੱਤਾ ਜੀ ਬਾਬਾ ਸ੍ਰੀ ਚੰਦ ਜੀ ਦੇ ਚੇਲੇ ਬਣ ਗਏ ਤੇ ਉਹਨਾਂ ਦੇ ਬਾਅਦ ਉਦਾਸੀ ਮੱਤ ਦੇ ਪ੍ਰਚਾਰਕ ਬਣੇ। ਗੁਰੂ ਹਰਗੋਬਿੰਦ ਸਾਹਿਬ ਦੇ ਜੰਗ। ਸਿੱਖ ਗੁਰੂ ਭਗਤੀ, ਸੇਵਾ ਅਤੇ ਸ਼ਾਂਤੀ ਦੇ ਪੁੰਜ ਸਨ।
ਉਹਨਾਂ ਦਾ ਕਿਸੇ ਨਾਲ ਵੈਰ ਨਹੀਂ ਸੀ। ਉਹਨਾਂ ਦੀ ਵੱਡੀ ਸਿੱਖਿਆ ਇੱਕ ਦੂਜੇ ਨਾਲ ਪਿਆਰ ਕਰਨਾ ਸੀ। ਉਸ ਵੇਲੇ ਦੇ ਕੁਝ ਹਾਕਮ ਕੱਟੜ ਮੁਸਲਮਾਨ ਸਨ। ਉਹ ਦੂਜਿਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਂਦੇ ਸਨ। ਜਿਹੜਾ ਵੀ ਉਹਨਾਂ ਦਾ ਵਿਰੋਧ ਕਰਦਾ ਉਹਨੂੰ ਉਹ ਸਖਤ ਤਸੀਹੇ ਦੇ ਕੇ ਮਾਰ ਸੁੱਟਦੇ ਸਨ। ਜਿੰਨਾ ਚਿਰ ਜਹਾਂਗੀਰ ਜਿਉਂਦਾ ਰਿਹਾ ਉਹਨੇ ਗੁਰੂ ਹਰਗੋਬਿੰਦ ਸਾਹਿਬ ਨਾਲ ਮਿੱਤਰਤਾ ਬਣਾਈ ਰੱਖੀ। ਉਹਦੇ ਮਗਰੋਂ ਸ਼ਾਹਜਹਾਨ ਬਾਦਸ਼ਾਹ ਬਣਿਆ। ਉਹ ਸਿੱਖਾਂ ਦਾ ਵਿਰੋਧੀ ਸੀ। ਉਸ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਨੂੰ 4 ਜੰਗ ਲੜਨੇ ਪਏ। ਪਿਪਲੀ ਸਾਹਿਬ ਦੀ ਜੰਗ 1628 ਈਸਵੀ। ਇੱਕ ਦਿਨ ਸ਼ਾਹਜਹਾਨ ਅੰਮ੍ਰਿਤਸਰ ਦੇ ਨੇੜੇ ਸ਼ਿਕਾਰ ਖੇਡਣ ਆਇਆ। ਉਸ ਵੇਲੇ ਸਿੱਖਾਂ ਦਾ ਇੱਕ ਸ਼ਿਕਾਰੀ ਜਥਾ ਵੀ ਪਾਸ ਹੀ ਸ਼ਿਕਾਰ ਖੇਡ ਰਿਹਾ ਸੀ। ਸ਼ਾਹਜਹਾਨ ਦਾ ਇੱਕ ਬਾਜ ਸਿੱਖਾਂ ਦੇ ਹੱਥ ਆ ਗਿਆ। ਬਾਦਸ਼ਾਹ ਦੇ ਨੌਕਰ ਉਸ ਬਾਜ ਨੂੰ ਮੰਗਣ ਲਈ ਆਏ। ਉਹ ਰੋਹਬ ਨਾਲ ਬਾਜ ਨੂੰ ਵਾਪਸ ਲੈਣਾ ਚਾਹੁੰਦੇ ਸਨ। ਅਸਲ ਵਿੱਚ ਇਹ ਦਸਤੂਰ ਸੀ ਕਿ ਜੇ ਕਿਸੇ ਦਾ ਬਾਜ ਦੂਜੇ ਸ਼ਿਕਾਰੀ ਦੇ ਹੱਥ ਆ ਜਾਂਦਾ ਸੀ ਉਹ ਉਸ ਦਾ ਮਾਲਕ ਸਮਝਿਆ ਜਾਂਦਾ ਸੀ। ਸ਼ਾਹਜਹਾਨ ਦੇ ਨੌਕਰਾਂ ਦੀ ਆਕੜ ਵੇਖ ਕੇ ਸਿੱਖਾਂ ਨੇ ਬਾਜ ਨੂੰ ਦੇਣ ਤੋਂ ਨਾ ਕਰ ਦਿੱਤੀ। ਨੌਕਰਾਂ ਨੇ ਜਾ ਕੇ ਸਾਰੀ ਗੱਲ ਸ਼ਾਹਜਹਾਨ ਨੂੰ ਦੱਸੀ। ਉਹਦੇ ਅਹਿਲਕਾਰਾਂ ਨੇ ਉਹਨੂੰ ਚੁੱਕਿਆ। ਅੱਜ ਸਿੱਖਾਂ ਨੇ ਬਾਜ ਖੋਹ ਲਿਆ ਹੈ, ਕੱਲ੍ਹ ਨੂੰ ਉਹ ਤਾਜ ਨੂੰ ਖੋਹਣ ਪੈਣਗੇ। ਇਹਨਾਂ ਨੂੰ ਹੁਣੇ ਹੀ ਦਬਾਉਣਾ ਚਾਹੀਦਾ ਹੈ। ਚੁੱਕ ਵਿੱਚ ਆ ਕੇ ਸ਼ਾਹਜਹਾਨ ਨੇ ਗੁਰੂ ਜੀ ਨੂੰ ਪਕੜ ਕੇ ਲਿਆਉਣ ਲਈ ਮੁਖਲਿਸ ਖਾਂ ਦੀ ਕਮਾਨ ਹੇਠ 7000 ਫੌਜ ਭੇਜੀ। ਗੁਰੂ ਸਾਹਿਬ ਦੀ ਕੋਈ ਤਿਆਰੀ ਨਹੀਂ ਸੀ। ਉਹ ਸਗੋਂ ਬੀਬੀ ਵੀਰੋ ਦੀ ਸ਼ਾਦੀ ਦੇ ਪ੍ਰਬੰਧ ਵਿੱਚ ਰੁੱਝੇ ਹੋਏ ਸਨ। ਮੁਖਲਿਸ ਖਾਂ ਫੌਜ ਲੈ ਕੇ ਅੰਮ੍ਰਿਤਸਰ ਤੇ ਚੜ ਆਇਆ। ਉਧਰੋਂ ਸਿੱਖ ਵੀ ਡਟ ਗਏ। ਪਿਪਲੀ ਸਾਹਿਬ ਕੋਲ ਖਾਲਸਾ ਕਾਲਜ ਵਾਲੀ ਥਾਂ ਤੇ ਲੜਾਈ ਹੋਈ। ਸਿੱਖਾਂ ਦੀ ਕਮਾਨ ਗੁਰੂ ਸਾਹਿਬ ਨੇ ਆਪ ਅਤੇ ਉਹਨਾਂ ਦੇ ਯੋਧਿਆਂ ਭਾਈ ਬਿਧੀ ਚੰਦ, ਪੈਂਦਾ ਖਾਂ ਆਦਿ ਨੇ ਸੰਭੀ। ਇਸ ਲੜਾਈ ਵਿੱਚ ਗੁਰੂ ਸਾਹਿਬ ਨੇ ਲੱਕੜ ਦੀ ਤੋਪ ਵਰਤੀ ਕਿਉਂਕਿ ਉਹਨਾਂ ਕੋਲ ਹੋਰ ਕੋਈ ਤੋਪ ਨਹੀਂ ਸੀ। 3 ਦਿਨ ਬੜੀ ਸਖਤ ਲੜਾਈ ਹੁੰਦੀ ਰਹੀ। ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨੂੰ ਝਬਾਲ ਭੇਜ ਦਿੱਤਾ ਸੀ। ਮੁਗਲ ਫੌਜ ਨੇ ਅੰਮ੍ਰਿਤਸਰ ਨੂੰ ਲੁੱਟਿਆ ਪਰ ਮੁਖਲਿਸ ਖਾਂ ਗੁਰੂ ਸਾਹਿਬ ਦੇ ਹੱਥੋਂ ਮਾਰਿਆ ਗਿਆ। ਇਹ ਵੇਖ ਕੇ ਮੁਗਲ ਫੌਜ ਨੂੰ ਭਾਜੜ ਪੈ ਗਈ ਤੇ ਫਤਿਹ ਗੁਰੂ ਸਾਹਿਬ ਦੀ ਹੋਈ। ਸ੍ਰੀ ਗੁਰੂ ਹਰਗੋਬਿੰਦਪੁਰ ਦੀ ਜੰਗ 1630 ਈਸਵੀ। ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਕ ਪਿੰਡ ਵਸਾਇਆ ਸੀ। ਇਸ ਦਾ ਨਾਂ ਉਹਨਾਂ ਸ੍ਰੀ ਗੋਬਿੰਦਪੁਰ ਰੱਖਿਆ ਸੀ। ਇਸ ਪਿੰਡ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਵਸਾਇਆ ਤੇ ਸੁਧਾਰਿਆ। ਇਸ ਇਲਾਕੇ ਦਾ ਮਾਮਲਾ ਭਗਵਾਨ ਦਾਸ ਕਰੇੜ ਉਗਰਾਉਂਦਾ ਸੀ। ਉਹ ਸਿੱਖਾਂ ਨਾਲ ਵੈਰ ਰੱਖਦਾ ਸੀ। ਇੱਕ ਦਿਨ ਜਦੋਂ ਗੁਰੂ ਜੀ ਉਸ ਪਿੰਡ ਵਿੱਚ ਆਏ ਤਾਂ ਉਹਨੇ ਝਗੜਾ ਕੀਤਾ। ਲੜਾਈ ਹੋ ਪਈ ਜਿਸ ਵਿੱਚ ਭਗਵਾਨ ਦਾਸ ਮਾਰਿਆ ਗਿਆ। ਉਹਦੇ ਪੁੱਤਰ ਰਤਨ ਚੰਦ ਨੇ ਜਲੰਧਰ ਦੇ ਫੌਜਦਾਰ ਅਬਦੁੱਲਾ ਖਾਨ ਤੋਂ ਮਦਦ ਮੰਗੀ। ਉਹਨੇ ਗੁਰੂ ਸਾਹਿਬ ਤੇ ਚੜ੍ਹਾਈ ਕਰ ਦਿੱਤੀ। ਗੁਰੂ ਸਾਹਿਬ ਦੇ ਸੂਰਬੀਰਾਂ ਨੇ ਮੁਗਲ ਫੌਜ ਦੀਆਂ ਫੱਕੀਆਂ ਉਡਾ ਦਿੱਤੀਆਂ। ਅਬਦੁੱਲਾ ਬੇਗ ਨੂੰ ਗੁਰੂ ਸਾਹਿਬ ਨੇ ਝਟਕਾ ਦਿੱਤਾ। ਜਲੰਧਰ ਦੀ ਫੌਜ ਵਾਪਸ ਭੱਜ ਗਈ। ਇਸ ਥਾਂ ਗੁਰੂ ਸਾਹਿਬ ਨੇ ਆਪਣੀ ਜਿੱਤ ਦੀ ਯਾਦ ਵਿੱਚ ਦਮਦਮਾ ਬਣਵਾਇਆ। ਮਰਾਜ ਦੀ ਜੰਗ 1631 ਈਸਵੀ। ਸ੍ਰੀ ਗੁਰੂ ਹਰਗੋਬਿੰਦ 1631 ਈਸਵੀ। ਸ੍ਰੀ ਗੁਰੂ ਹਰਗੋਬਿੰਦ ਦੀ ਜਿੱਤ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਮਰਾਜ ਆ ਗਏ ਤੇ ਸਿੱਖੀ ਪ੍ਰਚਾਰ ਵਿੱਚ ਰੁੱਝ ਗਏ। ਇੱਥੇ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਲਾਹੌਰ ਦੇ ਸੂਬੇ ਨੇ ਉਹ ਦੋਵੇਂ ਘੋੜੇ ਖੋਹ ਲਏ ਹਨ ਜਿਹੜੇ ਕਾਬਲ ਦੀ ਸੰਗਤ ਨੇ ਉਹਨਾਂ ਲਈ ਘੱਲੇ ਸਨ। ਇਹ ਘੋੜੇ ਬੜੀ ਵਧੀਆ ਨਸਲ ਦੇ ਸਨ। ਇੱਕ ਦਾ ਨਾਂ ਗੁਲਬਾਗ ਤੇ ਦੂਜੇ ਦਾ ਨਾਂ ਦਿਲਬਾਗ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਬਿਧੀ ਚੰਦ ਨੂੰ ਘੋੜੇ ਲਿਆਉਣ ਲਈ ਭੇਜਿਆ। ਬਿਧੀ ਚੰਦ ਘਾਈਏ ਦਾ ਭੇਸ ਵਟਾ ਕੇ ਲਾਹੌਰ ਦੇ ਕਿਲੇ ਵਿੱਚ ਨੌਕਰ ਹੋ ਗਿਆ ਜਿੱਥੇ ਇਹਨਾਂ ਦੋਹਾਂ ਘੋੜਿਆਂ ਦਾ ਤਬੇਲਾ ਸੀ। ਕਿਲੇ ਦਾ ਦਰੋਗਾ ਬਿਧੀ ਚੰਦ ਤੇ ਕੰਮ ਤੇ ਬੜਾ ਖੁਸ਼ ਹੋਇਆ। ਉਹਨੇ ਬਿਧੀ ਚੰਦ ਨੂੰ ਉਹਨਾਂ ਦੋਹਾਂ ਘੋੜਿਆਂ ਦੀ ਦੇਖਭਾਲ ਤੇ ਲਾ ਦਿੱਤਾ। ਬਿਧੀ ਚੰਦ ਨੇ ਪਹਿਲਾਂ ਇੱਕ ਘੋੜਾ ਖਿਸਕਾਉਣ ਦੀ ਵਿਉਂਤ ਬਣਾਈ। ਉਹਨੇ ਚਲਾਕੀ ਨਾਲ ਘੋੜੇ ਦੀ ਕੀਮਤੀ ਜ਼ੀਨ ਵੀ ਆਪਣੇ ਹੱਥ ਕਰ ਲਈ। ਉਹ ਹਰ ਰੋਜ਼ ਅੱਧੀ ਰਾਤ ਨੂੰ ਇੱਕ ਵੱਡਾ ਸਾਰਾ ਪੱਥਰ ਦਰਿਆ ਵਿੱਚ ਸੁੱਟ ਦਿੰਦਾ ਸੀ। ਖੜਾਕ ਸੁਣ ਕੇ ਪਹਿਰੇਦਾਰ ਖਬਰਦਾਰ ਹੋ ਜਾਂਦੇ ਸਨ ਪਰ 2-4 ਦਿਨਾਂ ਪਿੱਛੋਂ ਉਹਨਾਂ ਇਸ ਖੜਾਕ ਵੱਲ ਧਿਆਨ ਦੇਣਾ ਛੱਡ ਦਿੱਤਾ। ਇੱਕ ਰਾਤ ਮੌਕਾ ਤਾੜ ਕੇ ਬਿਧੀ ਚੰਦ ਨੇ ਘੋੜੇ ਤੇ ਕੀਮਤੀ ਜ਼ੀਨ ਪਾਈ ਤੇ ਘੋੜੇ ਸਮੇਤ ਕਿਲੇ ਦੀ ਕੰਧ ਤੋਂ ਦਰਿਆ ਵਿੱਚ ਛਾਲ ਮਾਰ ਦਿੱਤੀ। ਅਗਲੇ ਦਿਨ ਜਦੋਂ ਕਿਲੇ ਵਿੱਚੋਂ ਇਸ ਤਰ੍ਹਾਂ ਇੱਕ ਘੋੜੇ ਦੇ ਖਿਸਕਾਏ ਜਾਣ ਦਾ ਪਤਾ ਲੱਗਾ ਤਾਂ ਸਾਰੇ ਤੜਥੱਲੀ ਮਚ ਗਈ। ਘੋੜੇ ਦੀ ਤਲਾਸ਼ ਵਿੱਚ ਭੱਜ ਨੱਸ ਕੀਤੀ ਗਈ ਪਰ ਘੋੜੇ ਦਾ ਕੋਈ ਖੁਰਾ ਖੋਜ ਨਾ ਲੱਭਾ। ਭਾਈ ਬਿਧੀ ਚੰਦ ਵੀ ਉਸ ਘੋੜੇ ਨੂੰ ਗੁਰੂ ਸਾਹਿਬ ਕੋਲ ਛੱਡ ਕੇ ਮੁੜ ਲਾਹੌਰ ਆ ਗਿਆ। ਹੁਣ ਉਹਨੇ ਨਜੂਮੀ ਦਾ ਭੇਸ ਵਟਾਇਆ ਹੋਇਆ ਸੀ। ਉਹ ਲਾਹੌਰ ਦੇ ਬਾਜ਼ਾਰਾਂ ਵਿੱਚ ਬੈਠਾ ਲੋਕਾਂ ਨੂੰ ਨਜੂਮ ਲਾ ਕੇ ਉਹਨਾਂ ਦਾ ਹਾਲ ਦੱਸਦਾ ਸੀ ਤੇ ਉਹਨਾਂ ਦੀਆਂ ਗਵਾਚੀਆਂ ਹੋਈਆਂ ਚੀਜ਼ਾਂ ਲੱਭਾਉਂਦਾ ਸੀ। ਇਸ ਨਜੂਮੀ ਦੀ ਮਸ਼ਹੂਰੀ ਲਾਹੌਰ ਦੇ ਸੂਬੇ ਤੱਕ ਵੀ ਜਾ ਪਹੁੰਚੀ। ਉਹਨੇ ਬਿਧੀ ਚੰਦ ਨੂੰ ਸੱਦ ਕੇ ਘੋੜੇ ਵਾਲੇ ਕੋਲੋਂ ਪੁੱਛਿਆ। ਬਿਧੀ ਚੰਦ ਨੇ ਕਿਹਾ, ਘੋੜਾ ਤਾਂ ਮੈਂ ਲਵਾ ਦਿਆਂਗਾ ਪਰ ਮੈਨੂੰ ਮਿਹਨਤ ਕਰਨੀ ਪੈਣੀ ਹੈ। ਤੁਸੀਂ ਮੈਨੂੰ ਉਹ ਥਾਂ ਵਿਖਾਓ ਜਿੱਥੋਂ ਚੋਰ ਘੋੜਾ ਕੱਢ ਕੇ ਲੈ ਗਿਆ ਸੀ। ਸੋ ਬਿਧੀ ਚੰਦ ਨੂੰ ਕਿਲੇ ਵਿੱਚ ਉਸ ਥਾਂ ਲੈ ਜਾਇਆ ਗਿਆ। ਨਾਲ ਹੀ ਉਹਨੂੰ ਦੂਜਾ ਘੋੜਾ ਵੀ ਵਿਖਾਇਆ ਗਿਆ ਜੋ ਆਪਣੇ ਸਾਥੀ ਦੇ ਹੇਰਵੇ ਵਿੱਚ ਉਦਾਸ ਰਹਿੰਦਾ ਸੀ। ਬਿਧੀ ਚੰਦ ਨੇ ਉਹਨੂੰ ਚੰਗੀ ਤਰ੍ਹਾਂ ਦੇਖਿਆ ਪਾਲਿਆ। ਉਹਨੇ ਬੇਨਤੀ ਕੀਤੀ, ਮੇਰਾ ਕੰਮ ਆਸਾਨ ਹੋ ਜਾਏ ਤੇ ਦੂਜਾ ਘੋੜਾ ਵੀ ਜ਼ੀਨ ਸਮੇਤ ਇੱਥੇ ਲੈ ਆਂਦਾ ਜਾਏ।
मैं छेती ही चोर दी सूह ਕੱਢ ਲਵਾਂਗਾ। ਸੋ ਇਸੇ ਤਰ੍ਹਾਂ ਕੀਤਾ ਗਿਆ। ਹਾਕਮਾਂ ਨੂੰ ਕਦੇ ਸੁਪਨਾ ਵੀ ਨਹੀਂ ਆ ਸਕਦਾ ਸੀ ਕਿ ਗਰੀਬੜਾ ਜਿਹਾ ਨਜੂਮੀ ਹੀ ਪਹਿਲਾ ਘੋੜਾ ਕੱਢ ਕੇ ਲੈ ਗਿਆ ਹੈ। ਅੱਧੀ ਰਾਤ ਨੂੰ ਜਦੋਂ ਸਾਰੇ ਚੁੱਪਚਾਪ ਵਰਤ ਗਈ ਤਾਂ ਬਿਧੀ ਚੰਦ ਨੇ ਬੜੀ ਦਲੇਰੀ ਵਿਖਾਈ। ਉਹਨੇ ਸਤਿਗੁਰੂ ਨੂੰ ਯਾਦ ਕੀਤਾ ਤੇ ਘੋੜੇ 'ਤੇ ਚੜ੍ਹ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ। ਖੜਾਕ ਸੁਣ ਕੇ ਪਹਿਰੇਦਾਰ ਘਬਰਾ ਗਏ ਤੇ ਇੱਧਰ ਉੱਧਰ ਭੱਜੇ, ਪਰ ਇੰਨੇ ਨੂੰ ਰਾਤ ਦੇ ਹਨੇਰੇ ਵਿੱਚ ਬਿਧੀ ਚੰਦ ਘੋੜਾ ਲੈ ਕੇ ਕਿਤੇ ਦਾ ਕਿਤੇ ਨਿਕਲ ਗਿਆ ਤੇ ਗੁਰੂ ਸਾਹਿਬ ਕੋਲ ਮਹਾਰਾਜ ਜਾ ਪਹੁੰਚਿਆ। ਦਿਨ ਚੜ੍ਹਦਿਆਂ ਹੀ ਘੋੜੇ ਦੀ ਖੋਜ ਵਿੱਚ ਫੌਜ ਭੇਜ ਦਿੱਤੀ ਗਈ। ਕੁਝ ਦਿਨਾਂ ਪਿੱਛੋਂ ਪਤਾ ਲੱਗਾ ਕਿ ਦੋਵੇਂ ਘੋੜੇ ਗੁਰੂ ਹਰਗੋਬਿੰਦ ਸਾਹਿਬ ਪਾਸ ਪਹੁੰਚ ਗਏ ਹਨ। ਘੋੜਿਆਂ ਨੂੰ ਵਾਪਸ ਲਿਆਉਣ ਲਈ ਲੱਲਾ ਬੇਗ ਤੇ ਕਮਰ ਬੇਗ ਦੀ ਕਮਾਨ ਹੇਠ 20,000 ਫੌਜ ਗੁਰੂ ਸਾਹਿਬ ਦੇ ਵਿਰੁੱਧ ਭੇਜ ਦਿੱਤੀ ਗਈ। ਇਸ ਦੀ ਖਬਰ ਗੁਰੂ ਸਾਹਿਬ ਨੂੰ ਪਹੁੰਚ ਗਈ। ਉਹਨਾਂ ਨੇ ਮਹਾਰਾਜ ਦੇ ਕੋਲ ਨਥਾਣੇ ਦੀ ਢਾਬ ਦੇ ਪਾਸ ਆਪਣੇ ਮੋਰਚੇ ਬਣਾ ਲਏ। ਦੋਹਾਂ ਫੌਜਾਂ ਦਾ ਟਾਕਰਾ ਹੋਇਆ। ਬੜੀ ਭਾਰੀ ਲੜਾਈ ਹੋਈ। ਸਿੱਖ ਸੂਰਮਿਆਂ ਨੇ ਮੁਗਲ ਫੌਜ ਦੇ ਬੜੇ ਆਹੂ ਲਾਏ। ਲੱਲਾ ਬੇਗ ਨੇ ਗੁਰੂ ਸਾਹਿਬ ਨੂੰ ਲਲਕਾਰਿਆ ਕਿ ਉਹਦੇ ਨਾਲ ਇਕੱਲਿਆਂ 2 ਹੱਥ ਕਰਕੇ ਵੇਖਣ। ਗੁਰੂ ਸਾਹਿਬ ਅਤੇ ਲੱਲਾ ਬੇਗ ਦਾ ਯੁੱਧ ਹੋਇਆ। ਲੱਲਾ ਬੇਗ ਗੁਰੂ ਸਾਹਿਬ ਦੇ ਖੰਡੇ ਦਾ ਵਾਰ ਨਾ ਚੱਲ ਸਕਿਆ ਤੇ ਮਾਰਿਆ ਗਿਆ। ਉਹਦੇ ਡਿੱਗਣ ਦੀ ਦੇਰ ਸੀ ਕਿ ਮੁਗਲ ਫੌਜ ਮੈਦਾਨ ਛੱਡ ਕੇ ਭੱਜ ਗਈ। ਇਸ ਫਤਿਹ ਦੀ ਯਾਦਗਾਰ ਵਜੋਂ ਗੁਰੂ ਸਾਹਿਬ ਨੇ ਇੱਥੇ ਇੱਕ ਸਰੋਵਰ ਬਣਵਾਇਆ ਜਿਸ ਦਾ ਨਾਂ ਗੁਰੂ ਸਰ ਰੱਖਿਆ। ਫੂਲ ਵੰਸ਼ ਨੂੰ ਵੱਧ। ਗੁਰੂ ਸਰ ਦੀ ਜਿੱਤ ਦੇ ਮਗਰੋਂ ਉੱਥੇ ਰੋਜ਼ ਦੀਵਾਨ ਲੱਗਦਾ ਸੀ ਤੇ ਗੁਰਬਾਣੀ ਦਾ ਕੀਰਤਨ ਸੁਣ ਕੇ ਸੰਗਤ ਨਿਹਾਲ ਹੁੰਦੀ ਸੀ। ਇੱਕ ਦਿਨ ਭਾਈ ਕਾਲਾ ਤੇ ਦੋਹਾਂ ਭਤੀਜਿਆਂ ਸੰਦਲੀ ਤੇ ਫੂਲ ਨੂੰ ਨਾਲ ਲੈ ਕੇ ਦੀਵਾਨ ਵਿੱਚ ਆਇਆ। ਗੁਰੂ ਸਾਹਿਬ ਨੂੰ ਵੇਖ ਕੇ ਫੂਲ ਆਪਣਾ ਢਿੱਡ ਵਜਾਉਣ ਲੱਗ ਪਿਆ। ਸਤਿਗੁਰਾਂ ਨੇ ਪੁੱਛਿਆ ਕਿ ਇਹ ਬੱਚਾ ਢਿੱਡ ਕਿਉਂ ਵਜਾ ਰਿਹਾ ਹੈ। ਭਾਈ ਕਾਲੇ ਨੇ ਬੇਨਤੀ ਕੀਤੀ, ਦਾਤਾ ਇਹ ਯਤੀਮ ਭੁੱਖਾ ਹੈ, ਢਿੱਡ ਵਜਾ ਕੇ ਕੁਝ ਖਾਣ ਨੂੰ ਮੰਗ ਰਿਹਾ ਹੈ। ਗੁਰੂ ਸਾਹਿਬ ਨੂੰ ਉਸ ਮਾਸੂਮ ਬੱਚੇ 'ਤੇ ਤਰਸ ਆਇਆ। ਉਹਨਾਂ ਨੇ ਕਿਹਾ, ਭਾਈ ਕਾਲਾ ਇਹ ਬੱਚਾ ਬੜਾ ਧਨੀ ਹੋਵੇਗਾ, ਇਸ ਦੀ ਸੰਤਾਨ ਕਈ ਪੀੜ੍ਹੀਆਂ ਤੱਕ ਇੱਥੇ ਰਾਜ ਕਰੇਗੀ। ਜਦੋਂ ਕਾਲੇ ਨੇ ਘਰ ਜਾ ਕੇ ਸਾਰੀ ਗੱਲ ਆਪਣੀ ਵਹੁਟੀ ਨੂੰ ਸੁਣਾਈ ਤਾਂ ਉਹ ਕਹਿਣ ਲੱਗੀ, ਤੁਸੀਂ ਆਪਣੇ ਪੁੱਤਰਾਂ ਨੂੰ ਗੁਰੂ ਸਾਹਿਬ ਪਾਸ ਲੈ ਜਾਣਾ ਸੀ। ਉਹ ਹੁਣ ਫੂਲ ਨੂੰ ਟਕੇ ਭਰਿਆ ਕਰਨਗੇ, ਭਲਕੇ ਉਹਨੂੰ ਵੀ ਲੈ ਜਾਇਆ ਕਰੋ। ਅਗਲੇ ਦਿਨ ਭਾਈ ਕਾਲਾ ਆਪਣੇ ਪੁੱਤਰਾਂ ਨੂੰ ਗੁਰੂ ਸਾਹਿਬ ਦੇ ਹਜ਼ੂਰ ਲੈ ਗਿਆ। ਉਹਦੇ ਪੁੱਤਰ ਵੀ ਗੁਰੂ ਸਾਹਿਬ ਦੇ ਸਾਹਮਣੇ ਢਿੱਡ ਵਜਾਉਣ ਲੱਗ ਪਏ। ਗੁਰੂ ਸਾਹਿਬ ਨੇ ਕਿਹਾ, ਭਾਈ ਕਾਲਾ ਇਹ ਤਾਂ ਯਤੀਮ ਨਹੀਂ, ਉਹ ਸਮਾਂ ਤਾਂ ਲੰਘ ਗਿਆ ਹੈ, ਫਿਰ ਵੀ ਇਹ ਜ਼ਮੀਨਾਂ ਦੇ ਮਾਲਕ ਹੋਣਗੇ, ਟਕੇ ਨਹੀਂ ਭਰਨਗੇ ਤੇ ਕਿਸੇ ਦੇ ਅਧੀਨ ਨਹੀਂ ਰਹਿਣਗੇ। ਫੂਲ ਦੀ ਸੰਤਾਨ ਪਟਿਆਲਾ, ਨਾਭਾ ਤੇ ਜੀਂਦ ਰਿਆਸਤਾਂ ਦੇ ਮਹਾਰਾਜੇ ਬਣੇ। ਇਹਨਾਂ ਰਿਆਸਤਾਂ ਨੂੰ ਫੁਲਕੀਆਂ ਰਿਆਸਤਾਂ ਆਖਦੇ ਹਨ। ਭਾਈ ਕਾਲੇ ਦੀ ਸੰਤਾਨ 22 ਪਿੰਡਾਂ ਦੀ ਮਾਲਕ ਬਣੀ। ਉਹਨਾਂ ਦਾ ਨਾਂ ਬਾਈਆ ਪਿਆ। ਬਾਈਏ ਵਾਲੇ ਜ਼ਮੀਨ ਦਾ ਮਾਮਲਾ ਨਹੀਂ ਤਾਰਦੇ। ਕਰਤਾਰਪੁਰ ਦੀ ਲੜਾਈ 1634 ਈਸਵੀ। ਗੁਰੂ ਸਾਹਿਬ ਦੀ ਜੰਗ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਆ ਗਏ। ਇੱਥੇ ਉਹਨਾਂ ਨੂੰ ਫਿਰ ਸ਼ਾਹੀ ਫੌਜ ਨਾਲ ਲੜਨਾ ਪਿਆ। ਇੱਕ ਪਠਾਨ ਪੈਂਦਾ ਖਾਂ ਛੋਟੀ ਉਮਰ ਵਿੱਚ ਗੁਰੂ ਸਾਹਿਬ ਕੋਲ ਨੌਕਰ ਹੋ ਗਿਆ ਸੀ। ਗੁਰੂ ਸਾਹਿਬ ਨੇ ਉਹਦੀ ਪੁੱਤਰਾਂ ਵਾਂਗ ਪਾਲਣਾ ਕੀਤੀ ਸੀ। ਉਹ ਇੱਕ ਬੜਾ ਸ਼ਕਤੀਵਾਨ ਤੇ ਕਦਾਵਰ ਜਵਾਨ ਨਿਕਲਿਆ। ਪਹਿਲਾਂ ਤਾਂ ਉਹ ਗੁਰੂ ਸਾਹਿਬ ਦਾ ਬੜਾ ਖੈਰ ਖਾ ਰਿਹਾ ਕਿ ਪਿਪਲੀ ਸਾਹਿਬ ਦੀ ਲੜਾਈ ਵਿੱਚ ਬੜੀ ਬਹਾਦਰੀ ਨਾਲ ਲੜਿਆ, ਪਰ ਕੁਝ ਸਮੇਂ ਬਾਅਦ ਉਹਦੇ ਮਨ ਵਿੱਚ ਹੰਕਾਰ ਹੋ ਗਿਆ। ਉਹ ਸਮਝਣ ਲੱਗ ਪਿਆ ਕਿ ਉਹਦੇ ਬਿਨਾਂ ਗੁਰੂ ਸਾਹਿਬ ਦੀ ਫੌਜ ਨਿਰਮੂਲ ਹੈ। ਗੁਰੂ ਸਾਹਿਬ ਨੇ ਉਹਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਉਹ ਸ਼ਾਹੀ ਫੌਜ ਵਿੱਚ ਜਾ ਭਰਤੀ ਹੋਇਆ। ਉਹਨੇ ਬਾਦਸ਼ਾਹ ਨੂੰ ਚੁੱਕਿਆ ਕਿ ਉਹ ਗੁਰੂ ਸਾਹਿਬ ਦੇ ਵਿਰੁੱਧ ਫੌਜ ਭੇਜੇ। ਸੋ ਕਾਲੇ ਖਾਨ ਦੀ ਕਮਾਨ ਹੇਠ ਇੱਕ ਤਕੜੀ ਫੌਜ ਕਰਤਾਰਪੁਰ 'ਤੇ ਹਮਲਾ ਕਰਨ ਲਈ ਭੇਜ ਦਿੱਤੀ ਗਈ। ਇਸ ਫੌਜ ਵਿੱਚ ਪੈਂਦੇ ਖਾਂ ਤੇ ਜਲੰਧਰ ਦਾ ਫੌਜਦਾਰ ਕੁਤਬ ਖਾਨ ਵੀ ਸਨ। ਸ਼ਾਹੀ ਫੌਜ ਨੇ ਸ਼ਹਿਰ ਨੂੰ ਘੇਰ ਲਿਆ। ਸਿੱਖ ਫੌਜ ਭਾਈ ਬਿਧੀ ਚੰਦ ਦੀ ਅਗਵਾਈ ਹੇਠ ਜਾਨ ਤੋੜ ਕੇ ਲੜੀ। ਸ਼ਾਹੀ ਫੌਜ ਦੇ ਜਰਨੈਲ ਕਾਲੇ ਖਾਂ ਤੇ ਕੁਤਬ ਖਾਂ ਆਦਿ ਮਾਰੇ ਗਏ। ਪੈਂਦੇ ਖਾਂ ਨੇ ਗੁਰੂ ਸਾਹਿਬ ਨਾਲ ਹੱਥੋਂ ਹੱਥ ਲੜਾਈ ਕੀਤੀ। ਉਹ ਭੁੱਲ ਗਿਆ ਸੀ ਕਿ ਗੁਰੂ ਸਾਹਿਬ ਨੇ ਉਹਨੂੰ ਬੱਚਿਆਂ ਵਾਂਗ ਪਾਲਿਆ ਸੀ। ਗੁਰੂ ਸਾਹਿਬ ਨੇ ਪਹਿਲਾ ਵਾਰ ਕਰਨ ਦਾ ਉਹਨੂੰ ਮੌਕਾ ਦਿੱਤਾ ਤਾਂ ਜੋ ਆਪਣੇ ਦਿਲ ਦੀ ਭੜਾਸ ਕੱਢ ਲਵੇ। ਗੁਰੂ ਸਾਹਿਬ ਨੇ ਉਹਦੇ ਸਾਰੇ ਵਾਰ ਰੋਕ ਕੇ ਅਸਫਲ ਕਰ ਦਿੱਤੇ। ਅੰਤ ਉਹਨੇ ਆਪਣੀ ਤਲਵਾਰ ਨਾਲ ਐਸਾ ਵਾਰ ਕੀਤਾ ਕਿ ਪੈਂਦੇ ਖਾਂ ਥੱਲੇ ਆ ਪਿਆ। ਫਿਰ ਕੀ ਸੀ, ਸਾਰੀ ਫੌਜ ਵਿੱਚ ਭਾਜੜ ਪੈ ਗਈ ਤੇ ਉਹ ਮੈਦਾਨ ਛੱਡ ਕੇ ਜਲੰਧਰ ਨੂੰ ਭੱਜ ਗਈ। ਬਚੀ ਖੁਚੀ ਸ਼ਾਹੀ ਫੌਜ ਨੇ ਫਗਵਾੜੇ ਕੋਲ ਫਿਰ ਟੱਕਰਾ ਕੀਤਾ, ਪਰ ਬੁਰੀ ਤਰ੍ਹਾਂ ਹਾਰ ਖਾਧੀ। ਇਸ ਫਤਿਹ ਦੀ ਯਾਦ ਵਿੱਚ ਉਸ ਥਾਂ 'ਤੇ ਗੁਰਦੁਆਰਾ ਪਲਾਹ ਸਾਹਿਬ ਹੈ। ਉੱਥੇ ਦਰਬਾਰ ਸਜਾਇਆ ਗਿਆ ਜਿਸ ਵਿੱਚ ਬਾਬਾ ਬੁੱਢਾ ਜੀ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਗੁਰੂ ਜੀ ਨੂੰ ਜਿੱਤ ਦਾ ਤਿਲਕ ਲਾਇਆ। ਗੁਰਗੱਦੀ ਲਈ ਚੋਣ। ਕਰਤਾਰਪੁਰ ਦੀ ਜਿੱਤ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਆ ਗਏ। ਇੱਥੇ ਉਹ ਆਪਣਾ ਸਮਾਂ ਈਸ਼ਵਰ ਭਗਤੀ ਵਿੱਚ ਬਤੀਤ ਕਰਦੇ ਸਨ। ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਵਿੱਚੋਂ ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ ਤੇ ਸ਼੍ਰੀ ਅਨੀ ਰਾਏ ਜੀ ਜੋਤੀ ਜੋਤ ਸਮਾ ਚੁੱਕੇ ਸਨ। ਸ੍ਰੀ ਸੂਰਜਮਲ ਦੁਨੀਆਦਾਰੀ ਵੱਲ ਬਹੁਤ ਝੁਕਾਅ ਰੱਖਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਤਿਆਗੀ ਸੁਭਾਅ ਦੇ ਸਨ। ਬਾਬਾ ਗੁਰਦਿੱਤਾ ਜੀ ਦੇ 2 ਪੁੱਤਰ ਸਨ। ਵੱਡੇ ਦਾ ਨਾਂ ਧੀਰਮਲ ਤੇ ਛੋਟੇ ਦਾ ਨਾਂ ਸ੍ਰੀ ਹਰ ਰਾਏ ਜੀ ਸੀ।
ਧੀਰਮਲ ਗੁਰੂ ਘਰ ਨਾਲ ਵੈਰ ਰੱਖਦਾ ਸੀ। ਉਹ ਗੁਰੂ ਘਰ ਦੇ ਦੋਖੀਆਂ ਨਾਲ ਰਲ ਕੇ ਗੁਰੂ ਘਰ ਨੂੰ ਨੁਕਸਾਨ ਪਹੁੰਚਾਉਣ ਦੇ ਯਤਨ ਕਰਦਾ ਰਹਿੰਦਾ ਸੀ। ਉਹਨੇ ਪੈਂਦਾ ਖਾਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਵਿਰੁੱਧ ਭੜਕਾਇਆ। ਗੁਰੂ ਹਰਗੋਬਿੰਦ ਸਾਹਿਬ ਹਰ ਰਾਏ ਜੀ ਨੂੰ ਹੀ ਗੁਰਗੱਦੀ ਦੇ ਯੋਗ ਸਮਝਦੇ ਸਨ, ਇਸ ਲਈ ਉਹਨਾਂ ਨੂੰ ਹੀ ਗੁਰਗੱਦੀ ਲਈ ਚੁਣਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਭਾਰਤ ਵਰਸ਼ ਨੂੰ ਇੱਕ ਨਵਾਂ ਬਹਾਦਰਾਂ ਵਾਲੇ ਜੀਵਨ ਦਾ ਨਮੂਨਾ ਦਿੰਦੇ ਹੋਏ 3 ਮਾਰਚ 1644 ਨੂੰ ਜੋਤੀ ਜੋਤ ਸਮਾ ਗਏ।